ਕਹਿੰਦੇ ਚਲਾ ਅੱਜ ਨਾ ਆਪਾਂ ਵੈਕਸੀਨ ਲੈਣ ਲਗਾਉਂਦੇ ਹਾਂ। ਮੈਂ ਕਿਹਾ ਮੈਂ ਇੱਧਰ ਦੀ ਵੈਕਸੀਨ ਦੇ ਉੱਤੇ ਟਰਸਟ ਨਹੀਂ ਕਰਦਾ ਤੇ ਮੈਂ ਨਹੀਂ ਜਾਵਾਂਗਾ ਤੇ ਤੂੰ ਵੀ ਨਾ ਜਾ। ਵਾਪਸ ਕਿਤੇ ਚਲਾ ਗਿਆ ਤੇ ਮੈਨੂੰ ਬਗੈਰ ਦੱਸੇ ਉਹ ਖੁਦ ਹੀ ਵੈਕਸੀਨ ਲਗਵਾਉਣ ਚਲੇ ਗਏ। 19 ਤਰੀਕ ਦੀ ਗੱਲ 18 ਤਰੀਕ ਦੀ ਗੱਲ ਹੈਗੀ, 18 ਅਪ੍ਰੈਲ ਦੀ। ਤੇ ਉਹ ਵੈਕਸੀਨ ਜਿਹੜੀ ਲਗਵਾਈ ਤਾਂ ਉਹਦੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਕਿ ਬਈ ਹੋ ਸਕਦਾ ਹੈ ਕਿ 1-2 ਦਿਨ ਤੱਕ ਤੁਹਾਡੀ ਤਬੀਅਤ ਦੇ ਅੰਦਰ ਬੁਖਾਰ ਹੋਏ। ਤੇ ਉਹ 2 ਦਿਨ ਬਾਅਦ ਨੈਚੁਰਲੀ ਗੱਲ ਸੀ ਉਹਨਾਂ ਨੂੰ ਫੀਵਰ ਚੜਿਆ ਤੇ 2-3 ਦਿਨ ਉਹਨਾਂ ਨੇ ਅਣਗਹਿਲੀ ਕੀਤੀ ਆਪਣੀ। ਜੋ ਉਹਨਾਂ ਨੇ ਕਿਹਾ ਕਿ ਵੀ ਡਾਕਟਰਸ ਨਾਲ ਕੰਸਰਨ ਕਰਕੇ ਵੀ ਪੈਰਾਸੀਟਾਮੋਲ ਲੈਂਦੇ ਰਹੋ। ਤੇ ਉਹ ਜਿਹੜਾ ਫੀਵਰ ਸੀ 2-3 ਦਿਨ ਤੋਂ ਅੱਗੇ ਟੱਪਣ ਲੱਗ ਗਿਆ। 27 ਨੂੰ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਤੇ ਉਹਨਾਂ ਨੂੰ ਲੱਗਾ ਕਿ ਬਈ ਮੈਨੂੰ ਹਸਪੀਟਲਾਈਜ਼ਡ ਹੋ ਜਾਣਾ ਚਾਹੀਦਾ। ਤੇ ਇਨ ਬਿਟਵੀਨ ਉਹਨਾਂ ਨੇ ਦਿੱਲੀ ਸਰਕਾਰ ਦੇ ਜਿਹੜੇ ਸਵਾਸਥ ਮੰਤਰੀ ਨੇ ਉਹਨਾਂ ਨੂੰ ਕਾਲ ਕੀਤੀ, ਸਤਿੰਦਰ ਜੈਨ ਨੂੰ। ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਔਰ ਉਹਨਾਂ ਨੇ ਕੋਈ ਕਾਲ ਉਹਨਾਂ ਦੀ ਪਿਕ ਨਹੀਂ ਕੀਤੀ। ਔਰ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਆਪਣਾ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਫੋਨ ਪਿਕ ਨਹੀਂ ਕੀਤਾ, ਜਿਸ ਕਰਕੇ ਉਹਨਾਂ ਨੂੰ ਕਾਫੀ ਨਿਰਾਸ਼ਾ ਹੋਈ। ਮੁੱਖ ਮੰਤਰੀ ਦੇ ਤੌਰ 'ਤੇ ਜਾਂ ਇੱਕ ਪਾਰਟੀ ਦੇ ਤੌਰ 'ਤੇ ਅਸੀਂ ਉਹਨਾਂ ਦਾ ਇੰਨਾ ਸਾਥ ਦਿੱਤਾ ਸੀ, ਉਹਨਾਂ ਦਾ ਅਨ ਰਿਸਪੌਂਸ ਆਉਣਾ ਕਿਤੇ ਨਾ ਕਿਤੇ ਵੀਰ ਜੀ ਨੂੰ ਉਹ ਵੀ ਦੁੱਖ ਦੇ ਰਿਹਾ ਸੀਗਾ। ਕੁਮਾਰ ਵਿਸ਼ਵਾਸ ਜੀ ਨੇ ਵੀਰ ਜੀ ਦੇ ਟਵੀਟ ਨੂੰ ਲੈ ਕੇ ਰੀਟਵੀਟ ਕਰ ਦਿੱਤਾ ਤੇ ਉਹਨਾਂ ਨੇ ਜੁਆਇੰਟ ਕਰ ਦਿੱਤਾ CM ਪਲੱਸ ਮਨਜਿੰਦਰ ਸਿੰਘ ਸਿਰਸਾ ਨੂੰ। ਤੇ ਉਸ ਟਵੀਟ ਦੇ ਕਰਕੇ ਉਹਨਾਂ ਨੂੰ ਲੱਗਾ ਕਿ ਵੀ ਸਾਨੂੰ ਜਰਨੈਲ ਵੀਰ ਜੀ ਨੂੰ ਬਈ ਹਸਪੀਟਲਾਈਜ਼ਡ ਮਤਲਬ ਕਰਾਉਣਾ ਚਾਹੀਦਾ ਹੈ। ਲੇਕਿਨ ਜੋ ਹਸਪੀਟਲ ਉਹਨਾਂ ਨੇ ਅਰੇਂਜ ਕਰਾਇਆ ਉਹ ਸਿੱਧਾ ਉਹ ਇੱਕ ਐਸਾ ਸਰਕਾਰੀ ਹਸਪਤਾਲ ਸੀ ਜਿਹਦੇ ਅੰਦਰ ਨਾਮ ਮਾਤਰ ਦੇ ਡਾਕਟਰ ਹੈਗੇ ਸੀ ਤੇ 90% ਜਿਹੜਾ ਸਟਾਫ ਸੀ ਉਹ ਠੇਕੇ ਤੇ ਲਿਆਂਦਾ ਹੋਇਆ, ਜਿਹੜਾ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਨਾਮ ਦਾ ਹੀ ਸੁਪਰ ਸਪੈਸ਼ਲਿਟੀ ਸੀ। ਉਹਦੇ ਅੰਦਰ 2-3 ਡਾਕਟਰਸ ਤੋਂ ਨਰਸ ਤੋਂ ਇਲਾਵਾ ਕੋਈ ਵੀ ਪਰਮਾਨੈਂਟ ਸਟਾਫ ਨਹੀਂ ਸੀ। 29 ਤਰੀਕ ਨੂੰ ਜਰਨੈਲ ਵੀਰ ਜੀ ਨੇ ਇੱਕ ਟਵੀਟ ਕੀਤਾ ਹੈਗਾ ਕਿ ਵੀ ਮੈਨੂੰ ਬੈੱਡ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਅਗਲੇ ਦਿਨ ਕੀ ਹਲਚਲ ਹੋਈ? ਬੈੱਡ ਤੁਹਾਨੂੰ ਆਪੇ ਮਿਲਿਆ ਜਾਂ ਕਿਸ ਤਰ੍ਹਾਂ ਹੋਇਆ? ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਵੀਰ ਜੀ ਦੇ ਨਾਲ ਕਈ ਵਾਰ ਆਪਣਾ ਪੰਜਾਬ ਇਲੈਕਸ਼ਨ ਦੇ ਅੰਦਰ ਟੱਚ ਰਹੇ ਨੇ, ਦੁਰਗੇਸ਼ ਪਾਠਕ ਜੀ, ਉਹ ਪਾਰਟੀ ਦਾ ਕਾਫੀ ਕੁਝ ਸੰਭਾਲਦੇ ਨੇ। तो ਉਹਨਾਂ ਨੂੰ फ़ोन आया कि जर्नैल भाई आप मैंने राजीव गांधी में बेड का इंतज़ाम कर दिया है, आप चले जाइए वहाँ ट्रीटमेंट ले लीजिए। ਅਸੀਂ ਆਮ ਆਦਮੀ ਪਾਰਟੀ ਲਈ ਕਾਫੀ ਕੰਮ ਕੀਤਾ, ਵੀਰ ਜੀ ਨੇ ਵੀ ਆਪਣਾ ਸੈਕਰੀਫਾਈਸ ਕੀਤਾ, ਸੀਟ ਦਾ ਸੈਕਰੀਫਾਈਸ ਕੀਤਾ। ਬਟ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਸਾਨੂੰ ਟਰੀਟ ਕੀਤਾ ਉਹ ਦੋਗਲੀ ਨੀਤੀ ਕਿਤੇ ਨਾ ਕਿਤੇ ਸਾਨੂੰ ਜਾਪਦੀ ਹੈ। ਬਈ ਅਰਵਿੰਦ ਕੇਜਰੀਵਾਲ ਜੇ ਆਪ ਬਿਮਾਰ ਹੁੰਦੇ ਨੇ ਜਾਂ ਉਹਨਾਂ ਦੀ ਧਰਮ ਪਤਨੀ ਬਿਮਾਰ ਹੁੰਦੀ ਹੈ ਜਾਂ ਮਨੀਸ਼ ਸਿਸੋਦੀਆ ਜੀ ਬਿਮਾਰ ਹੁੰਦੇ ਨੇ ਜਾਂ ਰਾਘਵ ਚੱਡਾ ਜੀ ਬਿਮਾਰ ਹੁੰਦੇ ਨੇ ਤੇ ਇਹ ਸਿੱਧਾ ਆਪਣੇ ਸਰਕਾਰੀ ਹਸਪਤਾਲ ਛੱਡ ਕੇ ਮੈਕਸ ਦੇ ਅੰਦਰ ਦਾਖਲ ਹੁੰਦੇ ਨੇ। ਬੜਾ ਇੱਕ ਧੱਕਾ ਲੱਗਦਾ ਹੈਗਾ। ਕਹਿੰਦੇ ਕਿ ਮੈਂ ਇੰਨੀ ਜਾਣ ਪਛਾਣ ਮੇਰੀ ਨਹੀਂ ਸੀ ਜਿੰਨੀ ਜਰਨੈਲ ਸਿੰਘ ਜੀ ਦੀ ਸੀਗੀ, ਪਰ ਇੰਨੀ ਕੋਸ਼ਿਸ਼ਾਂ ਦੇ ਬਾਵਜੂਦ ਵੀ, ਇੰਨੇ ਟੈਲੀਫੋਨ ਕਰਨ ਦੇ ਬਾਵਜੂਦ ਵੀ ਕਿਤੋਂ ਮਦਦ ਨਹੀਂ ਮਿਲੀ। ਇਹ ਤਸਵੀਰ ਹੈ, ਇਹ ਤੁਸੀਂ ਦੇਖੀ ਹੋਏਗੀ ਕਿ ਜਦੋਂ ਇੱਕ ਪੁਲਿਸ ਵਾਲੇ ਨੂੰ ਜਿਹੜਾ ਹੈਗਾ ਬਚਾਉਂਦੇ ਨੇ ਉਹ। ਲੇਕਿਨ ਇੱਕ ਜਰਨੈਲ ਸਿੰਘ ਨੂੰ ਅਗਰ ਜੇ ਬੈੱਡ ਉਹਨਾਂ ਨੇ ਅਰੇਂਜ ਕਰਾਉਣਾ ਸੀ ਤੇ ਇੱਕ ਐਸੇ ਮਤਲਬ ਕਿ ਨਾਮ ਮਾਤਰ ਦੇ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਅੰਦਰ ਕਰਾਇਆ ਜਿੱਥੇ ਕਿ ਸਟਾਫ ਵੀ ਤੁਸੀਂ ਮੰਨ ਲਓ, ਮੈਂ ਉਹ ਵਰਡਸ ਯੂਜ਼ ਨਹੀਂ ਕਰਨਾ ਚਾਹੁੰਦਾ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਜਰਨੈਲ ਸਿੰਘ ਚਲਾ ਗਿਆ, ਤੁਸੀਂ ਸਾਰੇ ਜਾਣਦੇ ਹੋ ਕਿਸ ਤਰੀਕੇ ਕੌਮ ਦੀ ਸੇਵਾ ਉਹਨਾਂ ਨੇ ਕੀਤੀ, ਤੁਸੀਂ ਸਾਰੇ ਜਾਣਦੇ ਹੋ। ਇਸ ਟਾਈਮ ਅਸੀਂ ਉਹਨਾਂ ਦੇ ਘਰ ਵਿਖੇ ਹੈਗੇ ਹਾਂ। ਦਾਸ ਸਿਸਟਮ ਉਹਨਾਂ ਦੇ ਲਾਜਪਤ ਨਗਰ ਘਰ ਹੈ, ਉੱਥੇ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪਰਿਵਾਰ ਵੱਲੋਂ ਚੱਲਦੇ ਪਏ। ਔਰ ਬੜੀ ਚੰਗੀ ਗੱਲ ਹੈ ਕਿ ਪਰਿਵਾਰ ਵੱਲੋਂ ਹੀ, ਬੱਚਿਆਂ ਵੱਲੋਂ, ਉਹਨਾਂ ਦੀ ਜੋ ਧਰਮ ਪਤਨੀ ਹੈ ਉਹਨਾਂ ਵੱਲੋਂ, ਉਹਨਾਂ ਦੇ ਭਰਾ, ਸਾਰੇ ਪਰਿਵਾਰ ਦੇ ਜੀ, ਦੋਸਤਾਂ ਮਿੱਤਰਾਂ ਵੱਲੋਂ ਜਿਹੜੇ ਸਹਿਜ ਪਾਠ ਰੋਜ਼ਾਨਾ ਕੀਤੇ ਜਾਂਦੇ ਹੈ
ਔਰ ਉਸ ਤੋਂ ਬਾਅਦ ਕੀਰਤਨ, ਫਿਰ ਉਸ ਤੋਂ ਬਾਅਦ ਸਾਰੇ ਬੱਚੇ ਆਪ ਹੀ, ਉਹਨਾਂ ਦੇ ਆਪ ਹੀ ਜਿਹੜੇ ਬੱਚੇ ਉਹ ਸਾਰੇ ਕੀਰਤਨ ਕਰਦੇ ਨੇ। ਉਹਨਾਂ ਨੂੰ ਮੈਨੂੰ ਲੱਗਦਾ ਬੜੀ ਸੱਚੀ ਸ਼ਰਧਾਂਜਲੀ, ਕਿਉਂਕਿ ਇੱਕ ਜੀਵਨ ਵਾਲੇ ਗੁਰਸਿੱਖ ਸੀਗੇ। ਸੋ ਇਹ ਨਹੀਂ ਕਿ ਇਕੱਲੇ ਸਿਰਫ ਜਿੱਦਾਂ ਕਈ ਲੀਡਰ ਹੁੰਦੇ ਆ ਕਿ ਲੈਕਚਰ ਤਾਂ ਦੇ ਜਾਂਦੇ ਨੇ ਗੁਰਸਿੱਖੀ ਦੇ ਉੱਪਰ, ਪਰ ਅਮਲ ਅਸਲ ਦੇ ਵਿੱਚ ਜ਼ਿੰਦਗੀ 'ਚ ਨਹੀਂ ਹੁੰਦਾ। ਪਰ ਉਹ ਭਾਈ ਜਰਨੈਲ ਸਿੰਘ ਦੇ ਜੀਵਨ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ। ਔਰ ਅੱਜ ਉਹਦੇ ਗਵਾਹ ਉਹਨਾਂ ਦਾ ਪਰਿਵਾਰ ਹੈ, ਕਿਸ ਤਰੀਕੇ ਆਪਣੇ ਪਿਤਾ ਨੂੰ ਬੜੀ ਛੋਟੀ ਉਮਰ ਦੇ ਵਿੱਚ ਵੀ ਉਹ ਸ਼ਰਧਾਂਜਲੀ ਦਿੰਦੇ ਬੱਚੇ ਨਜ਼ਰ ਆਉਂਦੇ ਨੇ। ਆਪ ਹੀ ਸਹਿਜ ਪਾਠ ਕਰਦੇ ਨੇ, ਕੀਰਤਨ ਕਰਦੇ ਨੇ। ਉਹਨਾਂ ਦੇ ਬ੍ਰਦਰ ਮੇਰੇ ਨਾਲ ਨੇ, ਭਾਈ ਕਰਨੈਲ ਸਿੰਘ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਸੀਗੀ ਜਦੋਂ ਵੀਰ ਜੀ ਦਾ ਪਤਾ ਲੱਗਾ। ਸੋ ਬੜੇ ਉਹ ਦੁਖੀ ਹਿਰਦੇ ਨਾਲ ਗੱਲਬਾਤ ਕੀਤੀ, ਪਰ ਉਦੋਂ ਗੱਲ ਨਹੀਂ ਸੀ ਕਰ ਸਕਦੇ। ਉਹਨਾਂ ਦੀ ਧਰਮ ਪਤਨੀ ਨਾਲ ਵੀ ਅਸੀਂ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਗੱਲਬਾਤ ਹੋਈ ਸੀਗੀ, ਬੜੇ ਸਾਰੇ ਸਵਾਲ ਸੀਗੇ। ਉਹਨਾਂ ਦੇ ਇੱਕ ਸਹਿਯੋਗੀ ਨਾਲ, ਉਹਨਾਂ ਦੇ ਜਿਹੜੇ ਨਾਲ ਮਿੱਤਰ ਸੀਗੇ ਮਨਮੀਤ ਸਿੰਘ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ। ਪਰ ਇੱਕ ਭਰਾ ਜੋ ਹੈ, ਇੱਕ ਭਰਾ ਇੱਕ ਸਹੀ ਗੱਲ ਦੱਸ ਸਕਦਾ, ਔਰ ਜੋ ਡਿਟੇਲ ਦੇ ਵਿੱਚ ਕਿ ਕਿਸ ਤਰੀਕੇ ਜੋ ਅੰਗ ਸੰਗ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਸੀਗਾ, ਕਿੱਥੇ ਕਿੱਥੇ ਉਹਨੇ ਕਿੰਨੇ ਪਾਪੜ ਵੇਲੇ ਆਪਣੇ ਭਰਾ ਨੂੰ ਬਚਾਉਣ ਵਾਸਤੇ, ਪਰ ਕਿਤੇ ਵੀ ਉਹ ਕਾਮਯਾਬ ਹੋ ਨਹੀਂ ਪਾਏ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਰਨੈਲ ਸਿੰਘ ਜੀ ਨਾਲ ਕਾਫੀ ਬੜਾ ਲੰਬਾ ਅਰਸਾ ਮੈਂ ਉਹਨਾਂ ਦੀ ਇੰਟਰਵਿਊ ਕਰਦਾ ਰਿਹਾ। ਕਦੀ ਵੀ ਇਸ ਘਰ 'ਚ ਜਦੋਂ ਮੈਂ ਆਇਆ ਤਾਂ ਹਮੇਸ਼ਾ ਉਹਨਾਂ ਦੀ ਇੰਟਰਵਿਊ ਕਰਦਾ ਸੀਗਾ, ਪਰ ਕਦੀ ਜ਼ਿੰਦਗੀ 'ਚ ਮੈਂ ਨਹੀਂ ਸੀ ਸੋਚਿਆ ਕਿ ਕਦੀ ਉਹਨਾਂ ਦੇ ਘਰ ਆਵਾਂਗਾ, ਇਹ ਕੈਮਰਾ ਲੱਗੇਗਾ, ਮਾਈਕ ਹੱਥ 'ਚ ਹੋਏਗਾ ਅਤੇ ਭਾਈ ਜਰਨੈਲ ਸਿੰਘ ਮੇਰੇ ਨਾਲ ਨਹੀਂ ਹੋਣਗੇ। ਔਰ ਕਦੀ ਨਹੀਂ ਸੀ ਸੋਚਿਆ ਕਿ ਮੈਨੂੰ ਕਦੀ ਇੰਨੀ ਜਲਦੀ ਹਜੇ 5-6 ਸਾਲ ਹੀ ਹੋਏ ਸੀਗੇ ਉਹਨਾਂ ਦੇ ਯਾਦ ਵਿੱਚ ਸਹਿਜ ਪਾਠ ਦੇ ਵਿੱਚ ਉਹ ਵੀ ਸੰਗਤ ਵਾਸਤੇ ਕਵਰ ਕਰਨੇ ਪੈਣੇ ਆ। ਕਦੀ ਨਹੀਂ ਸੀ ਮੈਂ ਸੋਚਿਆ, ਪਰ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਹੋਇਆ ਕੀ ਸੀ, ਗੱਲ ਕੀ ਸੀਗੀ। ਕਿਉਂਕਿ ਹਜੇ ਲਗਾਤਾਰ ਪਿਛਲੇ 6 ਮਹੀਨੇ ਤੋਂ ਅਕਾਲ ਚੰਨਾਂ ਨਾਲ ਉਹ ਪ੍ਰੋਗਰਾਮ ਕਰਦੇ ਸੀਗੇ ਨਿਊਜ਼ ਪੁਆਇੰਟ। ਲਾਸਟ 16 ਅਪ੍ਰੈਲ ਨੂੰ ਪ੍ਰੋਗਰਾਮ ਹੋਇਆ ਸੀਗਾ ਉਹਨਾਂ ਦਾ, ਹਰ ਸ਼ੁੱਕਰਵਾਰ ਪ੍ਰੋਗਰਾਮ ਹੁੰਦਾ ਸੀਗਾ। 23 ਅਪ੍ਰੈਲ ਦੀ ਰਿਕਾਰਡਿੰਗ ਸ਼ੈਡਿਊਲਡ ਹੋਣੀ ਸੀਗੀ, ਪਰ ਜਗਜੀਤ ਸਿੰਘ ਜੀ ਜਦੋਂ ਫੋਨ ਕਰਦੇ ਭਾਈ ਸਾਹਿਬ ਨੂੰ 7 ਵਜੇ ਦਾ 6-7 ਵਜੇ ਦਾ ਟਾਈਮ ਹੁੰਦਾ ਹੈਗਾ ਰਿਕਾਰਡਿੰਗ ਦਾ, ਅਤੇ ਇਸੇ ਸੋਫੇ 'ਤੇ ਜਿਹੜਾ ਹੈਗਾ ਬੈਠ ਕੇ ਉਹ ਰਿਕਾਰਡਿੰਗ ਕਰਦੇ ਹੁੰਦੇ ਸੀਗੇ ਸੈਟਅਪ ਨਾਲ ਲਗਾ ਕੇ। ਅਤੇ ਉਦੋਂ ਕਹਿੰਦੇ ਕਿ ਤਬੀਅਤ ਠੀਕ ਨਹੀਂ ਹੈ, 2 ਦਿਨ ਰੁਕ ਜਾਓ, 2 ਦਿਨ ਬਾਅਦ ਮੈਂ ਠੀਕ ਹੋ ਜਾਵਾਂਗਾ। ਉਹਨਾਂ ਨੇ ਕਿਹਾ ਬੜੇ ਕੌਨਫੀਡੈਂਸ ਕਿ 2 ਦਿਨ ਬਾਅਦ ਮੈਂ ਠੀਕ ਹੋ ਜਾਵਾਂਗਾ ਅਤੇ ਆਪਾਂ ਅਗਲੀ ਰਿਕਾਰਡਿੰਗ ਕਰਾਂਗੇ। ਹੋਇਆ ਕੀ ਸੀਗਾ, ਕਿੱਦਣ ਤਬੀਅਤ ਜਿਹੜੀ ਹੈ ਵਿਗੜਨੀ ਸ਼ੁਰੂ ਹੋਈ? ਵੀਰ ਜੀ ਇਸ ਤਰ੍ਹਾਂ ਹੈ ਕਿ ਪਿੱਛੇ ਮੇਰੇ ਖਿਆਲ ਨਾਲ ਦਿੱਲੀ ਅੰਦਰ ਲਾਕਡਾਊਨ ਜਾਂ ਕਰਫਿਊ ਲੱਗਾ ਹੈ 17 ਜਾਂ 18 ਤਰੀਕ ਨੂੰ। ਵੀਰ ਜੀ ਮੇਰੇ ਕੋਲ ਆਏ, ਉਹ ਸੈਕਿੰਡ ਫਲੋਰ 'ਤੇ ਰਹਿੰਦੇ ਨੇ, ਮੈਂ ਫਸਟ ਫਲੋਰ 'ਤੇ ਰਹਿੰਦਾ, ਅਤੇ ਮੇਰੇ ਕੋਲ ਥੱਲੇ ਆਏ, ਕਹਿੰਦੇ ਚਲਾ ਅੱਜ ਨਾ ਆਪਾਂ ਵੈਕਸੀਨ ਲਗਾਉਂਦੇ ਹਾਂ ਬਈ। ਅੱਜ ਉੱਥੇ ਵੈਕਸੀਨ ਲਗਾਉਣ ਵਾਲੀ ਜਗ੍ਹਾ 'ਤੇ ਕੋਈ ਰਸ਼ ਨਹੀਂ ਹੈਗਾ, ਅਤੇ ਮੈਂ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਮਨਾ ਕਰ ਦਿੱਤਾ। ਮੈਂ ਕਿਹਾ ਮੈਂ ਇੱਧਰ ਦੀ ਵੈਕਸੀਨ ਦੇ ਉੱਤੇ ਟਰਸਟ ਨਹੀਂ ਕਰਦਾ ਅਤੇ ਮੈਂ ਨਹੀਂ ਜਾਵਾਂਗਾ ਅਤੇ ਤੂੰ ਵੀ ਨਾ ਜਾ। ਲੇਕਿਨ ਉਹਨਾਂ ਨੇ ਮੈਨੂੰ ਇਸ ਗੱਲ ਨੂੰ ਜਵਾਬ ਦਿੱਤਾ ਕਿ ਯਾਰ ਇਹ ਜਿਹੜੀ ਵੈਕਸੀਨ ਹੈ ਇਹਦੇ ਉੱਤੇ ਜਿਹੜਾ ਸਰਟੀਫਿਕੇਟਸ ਮਿਲਣਾ ਇਹਨਾਂ ਨੇ ਉਹ ਕੰਪਲਸਰੀ ਕਰ ਦੇਣੀ ਹੈ, ਅਤੇ ਆਉਣ ਜਾਣ ਦੇ ਕਿੱਥੇ ਵੀ ਉਹ ਸਰਟੀਫਿਕੇਟਸ ਜ਼ਰੂਰੀ ਕਰ ਦੇਣਾ ਹੈ। ਅਤੇ ਵੈਕਸੀਨ ਹੋਰ ਬੰਦੇ ਵੀ ਲਗਵਾ ਰਿਹਾ। ਮੈਂ ਕਿਹਾ ਨਹੀਂ, ਮੈਂ ਨਹੀਂ ਲਗਵਾਉਣ ਜਾਵਾਂਗਾ, ਅਤੇ ਮੈਂ ਵਾਪਸ ਕਿਤੇ ਚਲਾ ਗਿਆ ਅਤੇ ਮੈਨੂੰ ਬਗੈਰ ਦੱਸੇ ਉਹ ਖੁਦ ਹੀ ਵੈਕਸੀਨ ਲਗਵਾਉਣ ਚਲੇ ਗਏ। ਅਤੇ ਮੈਨੂੰ ਬਾਅਦ 'ਚ ਪਤਾ ਲੱਗਿਆ ਜਦ ਸ਼ਾਮੀ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਪਾ ਦਿੱਤੀ ਕਿ ਮੈਂ ਵੈਕਸੀਨ ਲਗਵਾ ਲਿੱਤੀ ਹੈ। 18 ਤਰੀਕ ਦੀ ਗੱਲ? 18 ਤਰੀਕ ਦੀ ਗੱਲ ਹੈਗੀ, 18 ਅਪ੍ਰੈਲ ਦੀ। ਅਤੇ ਉਹ ਵੈਕਸੀਨ ਜਿਹੜੀ ਲਗਵਾਈ ਤਾਂ ਉਹਦੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਕਿ ਬਈ ਹੋ ਸਕਦਾ ਹੈ ਕਿ 1-2 ਦਿਨ ਤੱਕ ਤੁਹਾਡੀ ਤਬੀਅਤ ਦੇ ਅੰਦਰ ਬੁਖਾਰ ਹੋਏ, ਅਤੇ ਉਹ 2 ਦਿਨ ਬਾਅਦ ਨੈਚੁਰਲੀ ਗੱਲ ਸੀ ਉਹਨਾਂ ਨੂੰ ਫੀਵਰ ਚੜ੍ਹਿਆ, ਅਤੇ 2-3 ਦਿਨ ਉਹਨਾਂ ਨੇ ਅਣਗਹਿਲੀ ਕੀਤੀ ਆਪਣੀ, ਜੋ ਉਹਨਾਂ ਨੇ ਕਿਹਾ ਕਿ ਵੀ ਡਾਕਟਰਸ ਨਾਲ ਕੰਸਰਨ ਕਰਕੇ ਵੀ ਪੈਰਾਸੀਟਾਮੋਲ ਲੈਂਦੇ ਰਹੋ, ਅਤੇ ਉਹ ਜਿਹੜਾ ਫੀਵਰ ਸੀ 2-3 ਦਿਨ ਤੋਂ ਅੱਗੇ ਟੱਪਣ ਲੱਗ ਗਿਆ। ਇਨ ਬਿਟਵੀਨ ਉਹਨਾਂ ਨੇ ਸੋਚਿਆ ਸ਼ਾਇਦ 1 ਦਿਨ ਹੋਰ ਅੱਗੇ ਲੱਗ ਗਿਆ ਬੁਖਾਰ, ਅਤੇ ਡਾਕਟਰ ਨਾਲ ਕੰਸਰਨ ਦੇ ਅੰਦਰ ਹੈਗੇ ਹੀ ਸੀਗੇ। ਲੇਕਿਨ ਜਦ ਉਹਨਾਂ ਨੂੰ ਅੰਦਰੋਂ ਖਾਂਸੀ ਵਗੈਰਾ ਔਰ ਅੰਦਰੋਂ ਤਬੀਅਤ ਵਿਗੜਨ ਲੱਗੀ, ਅਤੇ ਅਸੀਂ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਸਟਾਰਟ ਕੀਤਾ, ਅਤੇ ਜਿਹੜਾ ਲਾਈਨ ਆਫ ਟਰੀਟਮੈਂਟ ਸੀਗਾ ਉਹ ਜੋ ਮਤਲਬ ਕਿ ਡਾਕਟਰਸ ਕਰੋਨਾ ਦਾ ਇਲਾਜ ਦੇਖ ਰਹੇ ਸੀ, ਅਤੇ ਉਹਨਾਂ ਦੇ ਨਾਲ ਉਹਨਾਂ ਨੇ ਕੰਸਰਨ ਕੀਤਾ, ਅਤੇ ਉਹਨਾਂ ਨੇ
ਦਵਾਈ ਸਟਾਰਟ ਕੀਤੀ, ਲੇਕਿਨ ਜਿਹੜੀ ਉਹ ਵੈਕਸੀਨ ਲੈ ਚੁੱਕੇ ਸੀ, ਵੈਕਸੀਨ ਲੈਣ ਤੋਂ ਬਾਅਦ ਉਹਨਾਂ ਦੀ ਜਿਹੜੀ ਇਮਿਊਨਿਟੀ ਸਿਸਟਮ ਸੀ ਉਹ ਪੂਰੀ ਤਰ੍ਹਾਂ ਕਲੈਪਸ ਕਰ ਚੁੱਕਿਆ ਸੀਗਾ। ਤੇ ਲੇਕਿਨ ਉਹ ਬੜੀ ਫਿਰ ਵੀ ਹਿੰਮਤ ਕਰਕੇ ਉਹ ਵਿਚਰਦੇ ਰਹੇ ਤੇ 2-4 ਦਿਨ ਉਹਨਾਂ ਨੇ ਹੋਰ ਕੱਢੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਮੇਰੀ ਤਬੀਅਤ ਖਰਾਬ ਹੋ ਰਹੀ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਸਾਹ ਲੈਣ ਦੀ ਦਿੱਕਤ ਹੋ ਰਹੀ ਹੈ ਤੇ ਮੈਂ ਆਕਸੀਜਨ ਸਿਲੰਡਰ ਵਗੈਰਾ ਮੈਂ ਅਰੇਂਜ ਕਰ ਦੇਣਾ। ਮੈਂ ਆਕਸੀਜਨ ਸਿਲੰਡਰ ਵਗੈਰਾ ਅਰੇਂਜ ਕੀਤਾ ਕਿੰਨੀ ਤਰੀਕ ਨੂੰ? 26 ਨੂੰ 20 20 ਅਪ੍ਰੈਲ। ਹਾਂ 26 ਅਪ੍ਰੈਲ ਨੂੰ ਆਕਸੀਜਨ ਸਿਲੰਡਰ ਅਰੇਂਜ ਕੀਤਾ। ਤੇ ਮੈਂ ਕਿਹਾ ਆਪਾਂ ਘਰ ਹੀ ਟ੍ਰੀਟਮੈਂਟ ਕਰਾਂਗੇ, ਹਸਪਤਾਲਾਂ ਦਾ ਜੋ ਬੁਰਾ ਹਾਲ ਹੈ ਆਪਾਂ ਹਸਪਤਾਲ ਨਹੀਂ ਜਾਵਾਂਗੇ। ਉਹ ਇਸ ਗੱਲ ਤੋਂ ਖੁਦ ਵੀ ਐਗਰੀ ਸੀ ਕਿ ਹਾਂ ਬਈ ਹਸਪਤਾਲ ਨਹੀਂ ਜਾਣਾ ਚਾਹੀਦਾ। ਲੇਕਿਨ 27 ਨੂੰ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਤੇ ਉਹਨਾਂ ਨੂੰ ਲੱਗਾ ਕਿ ਬਈ ਮੈਨੂੰ ਹਸਪੀਟਲਾਈਜ਼ਡ ਹੋ ਜਾਣਾ ਚਾਹੀਦਾ ਹੈ। ਤੇ ਇਨ ਬਿਟਵੀਨ ਉਹਨਾਂ ਨੇ ਦਿੱਲੀ ਸਰਕਾਰ ਦੇ ਜਿਹੜੇ ਸਵਾਸਥ ਮੰਤਰੀ ਨੇ ਉਹਨਾਂ ਨੂੰ ਕਾਲ ਕੀਤੀ, ਸਤਿੰਦਰ ਜੈਨ ਨੂੰ। ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਔਰ ਉਹਨਾਂ ਨੇ ਕੋਈ ਕਾਲ ਉਹਨਾਂ ਦੀ ਪਿਕ ਨਹੀਂ ਕੀਤੀ। ਔਰ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਆਪਣਾ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਫੋਨ ਪਿਕ ਨਹੀਂ ਕੀਤਾ, ਜਿਸ ਕਰਕੇ ਉਹਨਾਂ ਨੂੰ ਕਾਫੀ ਨਿਰਾਸ਼ਾ ਹੋਈ ਕਿ ਭਾਈ ਹਾਂਜੀ ਅਰਵਿੰਦ ਕੇਜਰੀਵਾਲ ਦੇ ਪੀਏ ਜੀ ਉਹਨਾਂ ਨੂੰ ਫੋਨ ਕੀਤਾ ਲੇਕਿਨ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਤੇ ਜਿਸ ਕਰਕੇ ਉਹਨਾਂ ਨੂੰ ਨਿਰਾਸ਼ਾ ਹੋਈ ਸ਼ਾਇਦ ਕਿ ਬਈ ਵਾਕਈ ਸਥਿਤੀ ਇੰਨੀ ਖਰਾਬ ਹੈ। ਔਰ ਸਥਿਤੀ ਦਿੱਲੀ ਦੇ ਅੰਦਰ ਵਾਕਈ ਹੀ ਖਰਾਬ ਵੀ ਸੀ, ਲੇਕਿਨ ਇੱਕ ਮੁੱਖ ਮੰਤਰੀ ਦੇ ਤੌਰ ਤੇ ਜਾਂ ਇੱਕ ਪਾਰਟੀ ਦੇ ਤੌਰ ਤੇ ਅਸੀਂ ਉਹਨਾਂ ਦਾ ਇੰਨਾ ਸਾਥ ਦਿੱਤਾ ਸੀ, ਉਹਨਾਂ ਦਾ ਰਿਸਪੌਂਸ ਆਉਣਾ ਕਿਤੇ ਨਾ ਕਿਤੇ ਵੀਰ ਜੀ ਨੂੰ ਉਹ ਵੀ ਦੁੱਖ ਦੇ ਰਿਹਾ ਸੀਗਾ। ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਪਾਰਟੀ ਦੇ ਜਿਹੜੇ ਕਾਫੀ ਕੁਝ ਦੇਖਦੇ ਹੈਗੇ ਨੇ ਦੁਰਗੇਸ਼ ਪਾਠਕ ਜੀ, ਤੇ ਉਹਨਾਂ ਦੇ ਨਾਲ ਕਿਤੇ ਕੰਸਰਨ ਹੋਇਆ। ਮੇ ਬੀ ਕੰਸਰਨ ਵੀ ਉਹਨਾਂ ਨੇ ਤਾਂ ਕੀਤਾ ਜਦ ਕੁਮਾਰ ਵਿਸ਼ਵਾਸ ਜੀ ਨੇ ਵੀਰ ਜੀ ਦੇ ਟਵੀਟ ਨੂੰ ਲੈ ਕੇ ਰੀਟਵੀਟ ਕਰ ਦਿੱਤਾ ਤੇ ਉਹਨਾਂ ਨੇ ਜੁਆਇੰਟ ਕਰ ਦਿੱਤਾ CM ਪਲੱਸ ਮਨਜਿੰਦਰ ਸਿੰਘ ਸਿਰਸਾ ਨੂੰ। ਤੇ ਉਸ ਟਵੀਟ ਦੇ ਕਰਕੇ ਉਹਨਾਂ ਨੂੰ ਲੱਗਾ ਕਿ ਵੀ ਸਾਨੂੰ ਜਰਨੈਲ ਵੀਰ ਜੀ ਨੂੰ ਬਈ ਹਸਪੀਟਲਾਈਜ਼ਡ ਮਤਲਬ ਕਰਾਉਣਾ ਚਾਹੀਦਾ ਹੈ। ਲੇਕਿਨ ਜੋ ਹਸਪੀਟਲ ਉਹਨਾਂ ਨੇ ਅਰੇਂਜ ਕਰਾਇਆ ਉਹ ਸਿੱਧਾ ਉਹ ਇੱਕ ਐਸਾ ਸਰਕਾਰੀ ਹਸਪਤਾਲ ਸੀ ਜਿਹਦੇ ਅੰਦਰ ਨਾਮ ਮਾਤਰ ਦੇ ਡਾਕਟਰ ਹੈਗੇ ਸੀ ਤੇ 90% ਜਿਹੜਾ ਸਟਾਫ ਸੀ ਉਹ ਠੇਕੇ 'ਤੇ ਲਿਆਂਦਾ ਹੋਇਆ ਡਾਕਟਰਾਂ ਨੂੰ ਡਾਕਟਰਾਂ ਦੇ ਨਾਮ ਦੇ ਉੱਤੇ ਕਹਿਣ ਮਤਲਬ ਕਿ ਤੁਸੀਂ ਇਹ ਕਹਿ ਲਓ ਕਿ ਡਾਕਟਰਾਂ ਦੇ ਨਾਮ ਦੇ ਉੱਤੇ ਥੋਥਾ ਸੀਗਾ। ਜਿਹੜਾ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਨਾਮ ਦਾ ਹੀ ਸੁਪਰ ਸਪੈਸ਼ਲਿਟੀ ਸੀ, ਉਹਦੇ ਅੰਦਰ 2-3 ਡਾਕਟਰਸ ਔਰ ਨਰਸ ਤੋਂ ਇਲਾਵਾ ਕੋਈ ਵੀ ਪਰਮਾਨੈਂਟ ਸਟਾਫ ਨਹੀਂ ਸੀ। 29 ਤਰੀਕ ਨੂੰ ਜਰਨੈਲ ਵੀਰ ਜੀ ਨੇ ਇੱਕ ਟਵੀਟ ਕੀਤਾ ਹੈਗਾ ਕਿ ਵੀ ਮੈਨੂੰ ਬੈੱਡ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਅਗਲੇ ਦਿਨ ਕੀ ਹਲਚਲ ਹੋਈ? ਬੈੱਡ ਤੁਹਾਨੂੰ ਆਪੇ ਮਿਲਿਆ ਜਾਂ ਕਿਸ ਤਰ੍ਹਾਂ ਹੋਇਆ? ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਵੀਰ ਜੀ ਦੇ ਨਾਲ ਕਈ ਵਾਰ ਆਪਣਾ ਪੰਜਾਬ ਇਲੈਕਸ਼ਨ ਦੇ ਅੰਦਰ ਟੱਚ ਰਹੇ ਨੇ ਦੁਰਗੇਸ਼ ਪਾਠਕ ਜੀ, ਉਹ ਪਾਰਟੀ ਦਾ ਕਾਫੀ ਕੁਝ ਸੰਭਾਲਦੇ ਨੇ ਤੇ ਉਹਨਾਂ ਨੂੰ फ़ोन आया कि जर्नैल भाई आप मैंने राजीव गांधी में बेड का इंतज़ाम कर दिया है, आप चले जाइए वहाँ ट्रीटमेंट ले लीजिए। ਤਾਂ ਵੀਰ ਜੀ ਨੇ ਵੀ ਸੋਚਿਆ ਵੀ ਆਕਸੀਜਨ ਦਾ ਤੇ ਇੰਨਾ ਰੋਲਾ ਪਿਆ ਰਿਹਾ ਹੈ ਦਿੱਲੀ ਦੇ ਅੰਦਰ ਕਿ ਬਈ 2 ਦਿਨ ਐਡਮਿਸ਼ਨਸ ਲੈ ਕੇ ਟ੍ਰੀਟਮੈਂਟ ਆਫ ਲਾਈਨ ਦੇਖ ਲੈਂਦੇ ਹਾਂ। ਤੇ ਉਹ ਇਸ ਕਰਕੇ ਅਸੀਂ ਉੱਥੇ ਚਲੇ ਗਏ। ਮੈਨੂੰ ਵੀ ਇਹ ਸੀਗਾ ਕਿ ਬਈ 2 ਦਿਨ ਤੱਕ ਚਲੋ ਹਾਲਾਤ ਸਾਮਾਨਯ ਹੋ ਜਾਣਗੇ ਤੇ ਅਸੀਂ ਵੀਰ ਨੂੰ ਵਾਪਸ ਲੈ ਆਵਾਂਗੇ। ਲੇਕਿਨ ਜਿਸ ਤਰ੍ਹਾਂ ਦੇ ਨਾਲ ਡਾਕਟਰਸ ਨੇ ਸਾਨੂੰ ਪਸ਼ੋ ਪੇਸ਼ ਵਿੱਚ ਪਾ ਕੇ ਫਸਾਇਆ, ਉਸ ਦੇ ਨਾਲ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਵੀ ਸਾਡੇ ਦਿਮਾਗ ਵਿੱਚ ਘੁੰਮਣ ਲੱਗ ਗਈ ਕਿ ਵੀ ਕਿੱਥੇ ਜਿਹੜਾ ਟ੍ਰੀਟਮੈਂਟ ਸੀ ਉਹ ਨਾਮ ਮਾਤਰ ਤੇ ਨਹੀਂ ਸੀ। ਐਸਾ ਕਿਉਂ ਲੱਗਿਆ ਤੁਹਾਨੂੰ? ਕਿਉਂਕਿ ਟ੍ਰੀਟਮੈਂਟ ਗੌਰਮੈਂਟ ਹਸਪੀਟਲ ਦੇ ਵਿੱਚ ਰਾਜੀਵ ਗਾਂਧੀ ਜਿਹੜਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਸੀਗਾ ਔਰ ਇੱਕ ਸਪੈਸ਼ਲ ਪਰਸਨ ਸੀਗਾ। ਜਰਨੈਲ ਸਿੰਘ ਕੋਈ ਆਮ ਬੰਦਾ ਨਹੀਂ ਸੀਗਾ, ਇੱਕ ਸਪੈਸ਼ਲ ਬੰਦਾ ਸੀਗਾ। ਦਿੱਲੀ ਸਰਕਾਰ ਦੇ ਵਿੱਚ MLA ਰਹਿ ਚੁੱਕਾ ਸੀਗਾ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੱਡੀ ਜਗ੍ਹਾ ਤੋਂ ਇਲੈਕਸ਼ਨ ਲੜ ਚੁੱਕਾ ਸੀਗਾ ਜਿੱਥੋਂ ਕੋਈ ਵੀ ਲੜਨ ਨੂੰ ਤਿਆਰ ਨਹੀਂ ਸੀਗਾ। ਜਰਨੈਲ ਉੱਥੇ ਖੜਾ ਸੀਗਾ ਕਿਉਂਕਿ ਮੈਨੂੰ ਯਾਦ ਹੈ ਮੈਂ ਲੰਬੀ ਦੀ ਸੀਟ ਨੂੰ ਕਵਰ ਕਰਦਾ ਰਿਹਾ ਔਰ ਜਿੱਦਣ ਵੋਟਾਂ ਦਾ ਦਿਨ ਸੀਗਾ ਉਦੋਂ ਵੀ ਮੈਂ ਜਰਨੈਲ ਸਿੰਘ ਹਰਾਂ ਦੀ ਇੰਟਰਵਿਊ ਕੀਤੀ ਸੀਗੀ। ਲੰਬੀ ਦੇ ਵਿੱਚ ਹੀ ਮੇਰੀ ਡਿਊਟੀ ਲੱਗੀ ਸੀਗੀ ਤੇ ਕਾਫੀ ਉਧਰ ਦਾ ਜਿਹੜਾ ਹੈਗਾ ਉਹ ਦੇਖ ਰਹੇ ਸੀਗੇ ਕੰਮ।
ਤੇ ਕਿਉਂ ਇੱਕ ਜਰਨੈਲ ਸਿੰਘ ਐਕਸ ਐਮਐਲਏ ਹੈ ਨਾ, ਇੱਕ ਐਮਐਲਏ ਰਹਿ ਚੁੱਕੇ ਹੋਣ ਔਰ ਐਮਐਲਏ ਜਿਹੜੀ ਪਾਰਟੀ ਤੋਂ ਰਹੇ ਹੋਣ, ਉਹ ਪਾਰਟੀ ਅਜੇ ਪਾਵਰ ਦੇ ਵਿੱਚ ਹੈਗੀ ਹੈ। ਹਾਲਾਂਕਿ ਪਿਛਲੇ 6-8 ਮਹੀਨਿਆਂ ਦੇ ਵਿੱਚ ਹੋ ਸਕਦਾ ਹੈ ਕਿ ਪਾਰਟੀ ਦੇ ਨਾਲ ਕੁਝ ਕੰਸਰਨ ਕਰਕੇ ਨਹੀਂ ਬਣੀ, ਜਾਂ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪਿਛਲੇ 8-10 ਸਾਲ ਦੀ ਜਿਹੜੀ ਰਿਲੇਸ਼ਨਸ਼ਿਪ ਹੁੰਦੀ ਹੈ ਖਰਾਬ ਹੋ ਜਾਂਦੀ ਹੈ। ਵੀ ਦੇਖੋ, ਰਿਲੇਸ਼ਨਸ਼ਿਪ ਦਾ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਇੱਥੋਂ ਸਿੱਧਾ ਸਿੱਧਾ ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਲਈ ਕਾਫੀ ਕੰਮ ਕੀਤਾ। ਵੀਰ ਜੀ ਨੇ ਵੀ ਆਪਣਾ ਸੈਕਰੀਫਾਈਸ ਕੀਤਾ, ਸੀਟ ਦਾ ਸੈਕਰੀਫਾਈਸ ਕੀਤਾ, ਬਟ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਸਾਨੂੰ ਟਰੀਟ ਕੀਤਾ, ਉਹ ਦੋਗਲੀ ਨੀਤੀ ਕਿਤੇ ਨਾ ਕਿਤੇ ਸਾਨੂੰ ਜਾਪਦੀ ਹੈ। ਬਈ ਅਰਵਿੰਦ ਕੇਜਰੀਵਾਲ ਜੇ ਆਪ ਬਿਮਾਰ ਹੁੰਦੇ ਨੇ, ਜਾਂ ਉਹਨਾਂ ਦੀ ਧਰਮ ਪਤਨੀ ਬਿਮਾਰ ਹੁੰਦੀ ਹੈ, ਜਾਂ ਮਨੀਸ਼ ਸਿਸੋਦੀਆ ਜੀ ਬਿਮਾਰ ਹੁੰਦੇ ਨੇ, ਜਾਂ ਰਾਘਵ ਚੱਡਾ ਜੀ ਬਿਮਾਰ ਹੁੰਦੇ ਨੇ, ਤੇ ਇਹ ਸਿੱਧਾ ਸਿੱਧਾ ਆਪਣੇ ਸਰਕਾਰੀ ਹਸਪਤਾਲ ਛੱਡ ਕੇ ਮੈਕਸ ਦੇ ਅੰਦਰ ਦਾਖਲ ਹੁੰਦੇ ਨੇ। ਸਹੀ ਕਹਿ ਰਹੇ ਹੋ। ਲੇਕਿਨ ਇੱਕ ਜਰਨੈਲ ਸਿੰਘ ਨੂੰ ਅਗਰ ਜੇ ਬੈੱਡ ਉਹਨਾਂ ਨੇ ਅਰੇਂਜ ਕਰਾਉਣਾ ਸੀ, ਤੇ ਇੱਕ ਐਸੇ ਮਤਲਬ ਕਿ ਨਾਮ ਮਾਤਰ ਦੇ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਅੰਦਰ ਕਰਾਇਆ, ਜਿੱਥੇ ਕਿ ਸਟਾਫ ਵੀ ਤੁਸੀਂ ਮੰਨ ਲਓ, ਮੈਂ ਉਹ ਵਰਡਸ ਯੂਜ਼ ਨਹੀਂ ਕਰਨਾ ਚਾਹੁੰਦਾ, ਕਿ ਸਟਾਫ ਵੀ ਮਤਲਬ ਕੰਪਾਊਂਡਰਸ ਨੂੰ ਡਾਕਟਰ ਬਣਾ ਲਓ ਤੇ ਉਹ ਕਰ ਲਓ। ਹੋਰ ਸਿੱਧਾ ਸਿੱਧਾ ਕਰੋਨਾ ਦਾ ਇਲਾਜ, ਮੈਨੂੰ ਉੱਥੇ ਉਹਨਾਂ ਦੇ ਵੀਰ ਜੀ ਦੇ ਨਾਲ ਅਸੀਂ 12 ਜਾਂ 13 ਦਿਨ ਹਸਪੀਟਲ ਰਹੇ ਹਾਂ। ਮੈਨੂੰ ਸਮਝ ਆ ਗਿਆ ਸੀ ਕਿ ਕਰੋਨਾ ਦਾ ਹਸਪੀਟਲਾਈਜ਼ ਜਿਹੜਾ ਇਲਾਜ ਹੈ ਕਰ ਰਹੇ ਨੇ, ਉਹ ਇਲਾਜ ਹੈ ਹੀ ਨਹੀਂ ਹੈ। ਐਸਾ ਕਿਉਂ ਲੱਗਾ? ਤੁਹਾਡੀ ਮੁਲਾਕਾਤਾਂ ਕੁਝ ਹੁੰਦੀਆਂ ਸੀਗੀਆਂ ਉਹਨਾਂ ਦੇ ਨਾਲ ਜਦੋਂ ਵੀ ਟਾਈਮ ਤੁਸੀਂ ਰਹੇ ਹੋ? ਮੈਂ ਡਾਕਟਰਸ ਦੇ ਨਾਲ ਬੜੀ ਦਿਨਾਂ ਤੋਂ ਮੈਂ ਮਿੰਨਤਾਂ ਕੀਤੀਆਂ ਕਿ ਭਾਈ ਮੇਰਾ ਬ੍ਰਦਰ ਅੰਦਰ ਕਿਸ ਤਰ੍ਹਾਂ ਹੈ, ਕਿਸ ਹਾਲਾਤ ਵਿੱਚ ਹੈ, ਕਿਵੇਂ ਹੈ। ਅਸੀਂ ਇੰਨੇ ਦਿਨ ਤੋਂ ਅਸੀਂ ਉਹਨੂੰ ਮਿਲ ਨਹੀਂ ਸਕੇ। ਉਹਨੂੰ ਇੱਕ ਮੋਰਲ ਸਪੋਰਟ ਚਾਹੀਦੀ ਹੈ, ਅਸੀਂ ਉਹਨੂੰ ਫੋਨ ਦੇ ਉੱਤੇ ਇੱਕ ਮੋਰਲ ਸਪੋਰਟ ਨਹੀਂ ਦੇ ਸਕਦੇ। ਤੇ ਵੀ ਮੈਨੂੰ ਪੀਪੀ ਕਿਟ ਪਾ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਏ। ਮੈਂ ਉੱਥੇ 2 ਘੰਟੇ ਰਹਾਂ, ਅੱਧਾ ਘੰਟਾ ਰਹਾਂ, ਲੇਕਿਨ ਪਰ ਡੇ ਮੈਂ ਉਹਨੂੰ ਮਿਲ ਸਕਾਂ, ਜਿਹਦੇ ਨਾਲ ਉਹਨੂੰ ਹੌਸਲਾ ਅਫਜ਼ਾਈ ਹੋ ਸਕੇ। ਬਟ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ, ਔਰ ਕਿਤੇ ਨਾ ਕਿਤੇ ਇਲਾਜ ਦੇ ਅੰਦਰ ਅਣਗਹਿਲੀ ਕਰਦੇ ਰਹੇ, ਕਿਉਂਕਿ ਉਹ ਇਲਾਜ ਦੇ ਦਰਮਿਆਨ ਉਹ ਆਪ ਇੱਕ ਸੂਝਵਾਨ ਸੀ, ਪੜ੍ਹਿਆ ਲਿਖਿਆ ਸੀ, ਉਹ ਹਰ ਚੀਜ਼ ਦੀ ਬਿਮਾਰੀ ਨੂੰ ਸਮਝਦਾ ਸੀ, ਤੇ ਜਿਹਦੀ ਵਜ੍ਹਾ ਦੇ ਨਾਲ ਡਾਕਟਰਸ ਤੇ ਜਿਹੜਾ ਸਟਾਫ ਸੀ ਉਹ ਉਸ ਤੋਂ ਕਾਫੀ ਇਰੀਟੇਟ ਵੀ ਕਈ ਵਾਰ ਹੋ ਜਾਂਦਾ ਸੀ। ਐਸਾ ਹੁੰਦਾ ਸੀ? ਬਿਲਕੁਲ, ਇਹ ਮੈਂ ਸੱਚ ਬੋਲ ਰਿਹਾ, ਕਿੱਦਾਂ ਕਹਿ ਸਕਦੇ ਹੋ? ਕਿਉਂਕਿ ਉਹਦੇ WhatsApp ਜਿਹੜੇ ਉਹਨਾਂ ਨੇ ਮੈਨੂੰ ਕੀਤੇ ਨੇ, ਉਹ ਮੇਰੇ ਕੋਲ ਅੱਜ ਤੱਕ ਮੌਜੂਦ ਨੇ, ਤੇ ਮੈਂ ਕੋਈ ਐਵੇਂ ਨਹੀਂ ਕਰ ਰਿਹਾ, ਤੱਥਾਂ ਦੇ ਆਧਾਰ ਦੇ ਉੱਤੇ ਹੀ ਕਹਿ ਰਿਹਾ। ਕੀ ਦੱਸਦੇ ਸੀਗੇ? ਕੀ ਲੱਗਦਾ ਕਿ ਉਹਨਾਂ ਨੂੰ ਕੀ ਟ੍ਰੀਟਮੈਂਟ ਇੰਟਰਨਲੀ ਨਹੀਂ ਮਿਲ ਰਿਹਾ ਸੀਗਾ, ਜਾਂ ਟ੍ਰੀਟਮੈਂਟ ਸੀਗਾ ਤੇ ਉਹਨਾਂ ਨੂੰ ਫੀਲ ਨਹੀਂ ਹੋਇਆ ਕਿ ਇਹ ਟ੍ਰੀਟਮੈਂਟ ਸਹੀ ਨਹੀਂ ਹੈ ਜਾਂ ਨਹੀਂ? ਕਿਉਂਕਿ ਉਹ ਬਿਲਕੁਲ ਪੜ੍ਹੇ ਲਿਖੇ ਸੀਗੇ, ਉਹ ਹਰ ਚੀਜ਼ ਨਾਲ ਮੈਨੂੰ ਲੱਗਦਾ ਕਿ ਆਮ ਬੰਦੇ ਤੋਂ ਜ਼ਿਆਦਾ ਜਾਣਕਾਰੀ ਉਹਨਾਂ ਨੂੰ ਸੀਗੇ, ਹਰ ਚੀਜ਼ ਨੂੰ ਕਵਰ ਕਰਦੇ ਸੀਗੇ। ਦੇਖੋ, ਉਹਨਾਂ ਦਾ ਆਕਸੀਜਨ ਲੈਵਲ ਜਿਹੜਾ ਸੀਗਾ, ਜਦ ਅਸੀਂ ਉਹਨਾਂ ਨੂੰ ਦਾਖਲ ਕਰਾਇਆ ਤੇ ਉਹਨਾਂ ਦਾ ਆਕਸੀਜਨ ਲੈਵਲ 82 ਸੀਗਾ। 82 ਦੇ ਉੱਤੇ ਹੀ ਉਹ ਅਗਲੇ ਦਿਨ ਵੀ ਰਹੇ ਨੇ। ਬਟ 82 ਦੇ ਉੱਤੇ ਆਕਸੀਜਨ ਲੈਵਲ ਦੇ ਉੱਤੇ ਆਕਸੀਜਨ ਦੇਣ ਦੇ ਨਾਲ ਹੀ ਉਹਨਾਂ ਨੇ ਅਗਲੇ ਦਿਨ ਉਹਨਾਂ ਨੂੰ ਮਤਲਬ ਕਿ ਤੁਹਾਡੀ ਰਿਕਵਰੀ ਜ਼ਿਆਦਾ ਜਲਦੀ ਹੋ ਜਾਏਗੀ, ਉਹਨਾਂ ਨੇ ਉਹਨਾਂ ਨੂੰ ਬਾਈਪੈਪਸ ਤੇ ਪਾਤਾ। ਕਿਹੜੀ ਤਰੀਕ ਨੂੰ? ਨੈਕਸਟ ਡੇ ਹੀ 30 ਤਰੀਕ ਨੂੰ। ਤੇ 30 ਅਪ੍ਰੈਲ ਨੂੰ ਮਤਲਬ ਐਡਮਿਟ ਹੋਏ ਸੀਗੇ ਉਹ 29 ਅਪ੍ਰੈਲ ਨੂੰ ਐਡਮਿਟ ਹੁੰਦੇ ਤੇ 30 ਅਪ੍ਰੈਲ ਨੂੰ ਹੀ ਉਹਨਾਂ ਨੂੰ ਬਾਈਪੈਪ ਤੇ ਪਾ ਦਿੰਦਾ। ਇੰਨੀ ਜਲਦੀ ਕਿਉਂ? ਉਹੀ ਤਾਂ ਸਾਨੂੰ ਇਸੇ ਵੇਲੇ ਡਾਕਟਰੀ ਦੀ ਇਸ ਚੀਜ਼ ਦੀ ਸਮਝ ਨਹੀਂ ਸੀ, ਨਾ ਹੀ ਮੇਰਾ ਕੋਈ ਜ਼ਿਆਦਾ ਡਾਕਟਰਾਂ ਦੇ ਨਾਲ ਕੰਸਰਨ ਹੈਗਾ ਸੀਗਾ। ਤੇ ਅਸੀਂ ਇਹ ਸੋਚਿਆ ਕਿ ਮੈਨੂੰ ਵੀਰ ਜੀ ਦਾ ਮੈਸੇਜ ਆਇਆ ਕਿ ਵੀਰ ਮਤਲਬ ਕਿ ਉਹਨਾਂ ਨੇ ਮੈਨੂੰ ICU 'ਚ ਪਾਤਾ, ਤੇ ਇੱਥੇ ਮੈਨੂੰ ਲੱਗ ਰਿਹਾ ਹੈ ਕਿ ਮੇਰੀ ਕੇਅਰ ਹੋ ਰਹੀ ਹੈ। ਲੇਕਿਨ ਉਹਨਾਂ ਨੇ ਵੀ ਸੋਚਿਆ ਕਿ ਬਈ ਸ਼ਾਇਦ ਇਸ ਕੇਅਰ ਨੂੰ ਆਪਾਂ ਲਈਏ, ਲੇਕਿਨ ਉਹ ਬਾਈਪੈਪਸ ਤੇ ਪਾਉਣ ਦਾ ਇਹਦਾ ਸਿੱਧਾ ਸਿੱਧਾ ਮਤਲਬ ਸੀ ਕਿ ਲੰਗਸ ਨੂੰ ਸਿੱਧਾ ਡਾਇਰੈਕਟ ਹਵਾ ਦੇਣੀ। ਜਿਹੜੇ ਨੈਚੁਰਲ ਲੰਗਸ ਕੰਮ ਕਰ ਰਹੇ ਸੀ, ਉਹਨਾਂ ਨੂੰ ਬਾਈਪੈਪਸ ਤੇ ਪਾ ਕੇ ਹੌਲੀ ਹੌਲੀ ਨਕਾਰਾ ਕੀਤਾ ਗਿਆ, ਜੋ ਮੈਂ ਸਮਝਦਾ। ਬਾਈਪੈਪ ਕੀ ਕੰਮ ਕਰਦੀ ਹੈ ਤੁਹਾਡੇ? ਇਹ ਕੰਮ ਕਰਦੀ ਹੈ ਕਿ ਤੁਹਾਡੇ ਲੰਗਸ ਦੇ ਅੰਦਰ ਡਾਇਰੈਕਟ ਹਵਾ ਦਿੰਦੀ ਹੈ, ਤੇ ਕਾਰਬਨ ਡਾਈਆਕਸਾਈਡ ਜਿਹੜੀ ਹੁੰਦੀ ਹੈ ਉਹ ਬਾਹਰ ਕੱਢਦੀ ਹੈ। ਉਹਦਾ ਇੰਨਾ ਕੰਮ ਹੈਗਾ ਸੀ। ਤੇ ਉਹ ਜਿਹੜੇ ਉਹਨਾਂ ਦੇ ਨੈਚੁਰਲ ਲੰਗਸ ਹੈਗੇ ਸੀ, ਕਿਉਂਕਿ ਜਦ ਅਸੀਂ ਉਹਨਾਂ ਦਾ ਪਹਿਲੇ CT ਸਕੈਨ ਕਰਾਇਆ ਸੀ, ਤੇ ਉਹਨਾਂ ਦਾ ਸਕੋਰ ਰੇਟ ਜਿਹੜਾ ਸੀਗਾ ਉਹ 25 ਅਬਾਊਟ 14 ਆਇਆ ਸੀਗਾ, ਜੋ ਕੋਈ ਜ਼ਿਆਦਾ ਨਹੀਂ ਸੀਗਾ। ਕਈ ਸਾਡੇ ਫਰੈਂਡਸ ਹੈਗੇ ਨੇ ਜਿਨ੍ਹਾਂ ਦੇ 16 ਸਕੋਰ, 18 ਸਕੋਰ ਆਏ, ਔਰ ਘਰ ਰਹਿ ਕੇ ਉਹਨਾਂ ਨੇ ਉਸ ਚੀਜ਼ ਨੂੰ ਜਿੱਤਿਆ। ਤੇ ਅਸੀਂ ਇਸ ਚੀਜ਼ ਦੇ ਅੰਦਰ ਸੀ ਕਿ ਅਸੀਂ ਆਪਣੇ ਭਰਾ ਨੂੰ ਹਸਪੀਟਲਾਈਜ਼ਡ ਕੀਤਾ ਹੋਇਆ, ਤੇ ਲਾਈਨ ਆਫ ਟਰੀਟਮੈਂਟ ਜਦ ਵੀ ਉਹ ਡਾਕਟਰ ਆਉਂਦਾ ਹੈ, ਲਾਈਨ ਆਫ ਟਰੀਟਮੈਂਟ ਬਈ ਇੱਕੋ ਹੈ, ਇੱਦਾਂ ਹੀ ਹੈ। ਤੇ ਅਸੀਂ ਸੋਚਦੇ ਸੀ ਕਿ ਬਈ ਠੀਕ ਹੋ ਜਾਏਗਾ। ਜਦ ਤੱਕ
ਸਾਨੂੰ ਸਮਝ ਆਈ ਕਿ ਲਾਈਨ ਆਫ ਟ੍ਰੀਟਮੈਂਟ ਜਿਹੜਾ ਹੈਗਾ ਤੇ ਉਹ ਤੇ ਸਿਰਫ ਟ੍ਰੀਟਮੈਂਟ ਇਹ ਦੇ ਰਹੇ ਨੇ ਕਿ ਬੰਦੇ ਨੂੰ ਇਹ ਇਨਫੈਕਸ਼ਨ ਹੋ ਰਿਹਾ ਤੇ ਇਹਦੀ ਐਂਟੀਬਾਇਓਟਿਕ ਦੇ ਦਿਓ, ਅਗਰ ਬਈ ਉਹਦਾ ਸ਼ੂਗਰ ਵੱਧ ਰਿਹਾ ਸਟਰੋਇਡ ਦੇ ਨਾਲ ਤੇ ਸ਼ੂਗਰ ਦੇ ਲਈ ਇਨਸੂਲਿਨ ਦੇ ਦਿਓ। ਇਹ ਤਾਂ ਟ੍ਰੀਟਮੈਂਟ ਨਹੀਂ ਹੋਇਆ ਨਾ। ਇਹ ਤੇ ਬੰਦੇ ਨੂੰ ਸਿੱਧਾ ਸਿੱਧਾ ਤੁਸੀਂ ਕਹੋ ਜੀ ਆਈਸੀਯੂ 'ਚ ਪਾਣਾ ਸਰਕਾਰੀ ਹਸਪਤਾਲ 'ਚ ਕਿ ਤੁਸੀਂ ਜਮਦੂਤਾਂ ਦੇ ਹੱਥ 'ਚ ਫੜਾ ਦਿੱਤਾ ਤੇ ਉਹ ਜਮਦੂਤ ਮੇਰੇ ਭਰਾ ਨੂੰ ਲੈ ਗਏ। ਤੁਹਾਨੂੰ ਐਸਾ ਕਿਉਂ ਲੱਗ ਰਿਹਾ? ਮੈਨੂੰ ਐਸਾ ਇਸ ਲਈ ਲੱਗ ਰਿਹਾ ਹੈ ਕਿ ਰਾਤ ਨੂੰ ਆਪਣਾ 11 ਤਰੀਕ ਦੀ ਰਾਤ ਨੂੰ ਸ਼ਾਇਦ ਜਾਂ 12 ਤਰੀਕ ਦੀ ਰਾਤ ਨੂੰ ਮੈਨੂੰ ਵੀਰ ਜੀ ਦਾ ਸਵੇਰੇ 3 ਵਜੇ ਮੈਸੇਜ ਆਉਂਦਾ ਹੈ ਕਿ ਵੀਰ ਮੈਂ ਥੋੜ੍ਹਾ ਜਿਹਾ ਠੀਕ ਨਹੀਂ ਸੀਗਾ ਤੇ ਹੁਣ ਮੈਂ ਬਿਲਕੁਲ ਠੀਕ ਹਾਂ ਤੇ ਤੂੰ ਇਸ ਤਰ੍ਹਾਂ ਕਰੀ ਮੇਰੇ ਤੋਂ ਖਾਧਾ ਨਹੀਂ ਜਾ ਰਿਹਾ ਤੇ ਲਿਕੁਇਡ ਲੈ ਕੇ ਆਈ ਤੇ ਜਿਹੜੀ ਸਟ੍ਰੋ ਪਾਈਪਸ ਹੁੰਦੀਆਂ ਸਟ੍ਰੋ ਪਾਈਪ ਤੇ ਗਲਾਸ ਲੈ ਆਈ ਤੇ ਮੈਂ ਹੁਣ ਲਿਕੁਇਡ ਲਾਂਗਾ ਤੇ ਮੈਂ ਖਾਂਗਾ ਨਹੀਂ, ਮੇਰਾ ਖਾਣ ਦਾ। ਅੱਛਾ, ਫੋਨ ਤੇ ਗੱਲ ਹੁੰਦੀ ਸੀ? ਹਾਂ, ਮਤਲਬ ਕਿ ਮੈਨੂੰ WhatsApp ਕਰਦੇ ਸੀ ਰਿਟਰਨ ਦੇ ਅੰਦਰ, ਉਸ ਤੋਂ ਪਹਿਲੇ ਮੇਰੀ ਫ਼ੋਨ ਤੇ ਗੱਲ ਹੁੰਦੀ ਰਹਿੰਦੀ ਸੀ। ਲੇਕਿਨ ਜਦ ਉਹਨਾਂ ਨੇ ਮੈਨੂੰ ਇਹ ਮੈਸੇਜ ਕੀਤਾ ਕਿ ਸਟ੍ਰੋ ਵਗੈਰਾ ਲੈ ਕੇ ਆਈ ਤੇ ਮੈਂ ਸਟ੍ਰੋ ਵਗੈਰਾ ਖਰੀਦੀਆਂ ਤੇ ਜੂਸ ਲਿੱਤਾ ਤੇ ਗਰਮ ਜਿਹੜਾ ਹੋਰ ਚੀਜ਼ਾਂ ਹੈਗੀਆਂ ਸੀ ਉਹ ਨਾਲ ਲਿੱਤੀਆਂ, ਬੋਟਲਸ ਵਗੈਰਾ ਲੈ ਕੇ ਮੈਂ ਹਸਪਤਾਲ ਪਹੁੰਚਿਆ ਤੇ ਮੈਂ ਹਸਪਤਾਲ ਦੇ ਲਈ ਆਪਣਾ ਘਰੋਂ ਲਾਜਪਤ ਨਗਰ ਤੋਂ ਚੱਲਿਆ ਤੇ ਮੈਂ ਹਾਲੇ ਟਰਾਂਸ ਜਮਨਾ ਵੀ ਨਹੀਂ ਪਹੁੰਚਿਆ, ਜਮਨਾ ਪਾਰ ਨਹੀਂ ਕੀਤੀ ਹੈ ਤੇ ਮੈਨੂੰ ਹਸਪਤਾਲ ਤੋਂ ਫੋਨ ਆ ਗਿਆ। ਉਹਨਾਂ ਨੇ ਮੈਨੂੰ ਬਗੈਰ ਪੁੱਛੇ ਮੇਰੇ ਬ੍ਰਦਰ ਨੂੰ ਵੈਂਟੀਲੇਟਰ ਦੇ ਉੱਤੇ ਪਾ ਦਿੱਤਾ, ਜੋ ਕਿ ਸਿੱਧਾ ਸਿੱਧਾ ਇੱਕ ਨਿਸ਼ਾਨਾ ਹੈਗਾ ਹੈ ਕਿ ਵੀਰ ਜੀ ਉਹਨਾਂ ਨੂੰ ਕਾਫੀ ਜ਼ਿਆਦਾ ਇਰੀਟੇਟ ਕਰ ਰਹੇ ਸੀ ਤੇ ਉਹਨਾਂ ਨੂੰ ਉਸ ਚੀਜ਼ ਨੂੰ ਠੱਲ ਪਾਉਣ ਦੇ ਲਈ ਉਹਨਾਂ ਨੂੰ ਮੇਰੇ ਤੋਂ ਬਗੈਰ ਪਿੱਛੇ ਬਿਨਾਂ ਕਿਸੇ ਘਰ ਵਾਲੇ ਦੇ ਕੰਸਰਨ ਕਰੇ ਬਗੈਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਪਾਇਆ। ਕਿਹੜੀ ਤਰੀਕ ਨੂੰ ਪਾਇਆ? ਉਹਨਾਂ ਨੇ ਪਾਇਆ ਹੈ ਜੀ 12 ਤਰੀਕ ਨੂੰ। ਅੱਛਾ, ਤਾਂ ਮਤਲਬ ਕਿਸੇ ਤੋਂ ਵੈਂਟੀਲੇਟਰ ਤੇ ਪਾ ਦਿੱਤਾ, ਨਾ ਤੁਹਾਨੂੰ ਫੋਨ ਕੀਤਾ, ਨਾ ਉਹਨਾਂ ਦੀ ਧਰਮ ਪਤਨੀ ਨੂੰ ਫੋਨ ਕੀਤਾ, ਕਿਸੇ ਨੂੰ ਫੋਨ ਨਹੀਂ ਕੀਤਾ? ਕੋਈ ਕੰਸਰਨ ਨਹੀਂ ਕੀਤਾ ਜੀ। ਤੇ ਦੱਸਿਆ ਵੀ ਨਹੀਂ ਗਿਆ ਕਿ ਬਈ ਕਿਆ ਮੇਰੇ ਪਰਮਿਸ਼ਨ, ਇੱਕ ਹੁੰਦਾ ਨਾ ਕਿ ਪਰਮਿਸ਼ਨ ਲੈਣੀ ਹੈ ਨਾ, ਕਿ ਪਰਮਿਸ਼ਨ ਨਹੀਂ ਲਈ ਤੁਹਾਡਾ ਕੰਸੈਂਟ ਨਹੀਂ ਲਿਆ ਤੇ ਉਸ ਤੋਂ ਬਾਅਦ ਦੱਸਿਆ ਵੀ ਨਹੀਂ ਗਿਆ ਜੀ ਇਹਨਾਂ ਨੂੰ ਰਿਕਵਾਇਰਡ ਹੈ? ਕੋਈ ਐਸਾ ਪ੍ਰਿਸਕ੍ਰਾਈਬ ਕੀਤਾ ਗਿਆ ਕਿ ਇਹਨਾਂ ਨੂੰ ਵੈਂਟੀਲੇਟਰ ਤੇ ਪਾਣਾ ਜ਼ਰੂਰੀ ਹੈ? ਐਸਾ ਕੁਝ ਨਹੀਂ ਕਿਹਾ ਗਿਆ। ਜਦ ਮੈਂ ਹਸਪੀਟਲ ਪਹੁੰਚਿਆ ਤੇ ਮੈਂ ਉਹਨਾਂ ਨਾਲ ਬਈ ਲੜਿਆ। ਡਾਕਟਰ ਜਦ ਬਾਹਰ ਆਇਆ, ਤੁਸੀਂ ਅੰਦਰ ਤੇ ਵੜ ਨਹੀਂ ਸਕਦੇ ਆਈਸੀਯੂ ਦੇ ਅੰਦਰ, ਡਾਕਟਰ ਬਾਹਰ ਆਇਆ ਤੇ ਉਹਨੇ ਮੈਨੂੰ ਕਿਹਾ ਜੀ ਉਹਨਾਂ ਦੀ ਜਿਹੜੀ ਆਕਸੀਜਨ ਸੀ ਉਹ 60 ਚਲੀ ਗਈ ਸੀ, ਜਿਸ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਕੁਝ ਵੀ ਬ੍ਰੇਨ ਦੇ ਅੰਦਰ ਕੁਝ ਵੀ ਹੋ ਸਕਦਾ ਸੀ। ਉਹ ਵੀ ਮੈਂ ਕਹਿੰਦਾ ਉਹਨਾਂ ਦੇ ਕਹਿਣ ਦਾ ਇੱਕ ਤਰੀਕਾ ਹੋਏਗਾ, ਚਾਹੇ ਆਪਣੀ ਸਫਾਈ ਦੇਣ ਦਾ ਤਰੀਕਾ ਵੀ ਇਹ ਹੋ ਗਿਆ ਤਾਂ ਅਸੀਂ ਇਹ ਕਰ ਦਿੱਤਾ। ਬਟ ਲੇਕਿਨ ਜਿਹੜਾ ਮੇਰਾ ਬ੍ਰਦਰ ਹੈ ਉਹ ਮੈਨੂੰ ਸਵੇਰੇ ਮੈਸੇਜ ਕਰ ਰਿਹਾ ਕਿ ਮੈਂ ਠੀਕ ਹਾਂ, ਤੂੰ ਲੇਕਿਨ ਲਿਕੁਇਡ ਲੈ ਕੇ ਆਈ। ਅੱਛਾ, ਸਵੇਰੇ ਤੁਹਾਨੂੰ ਕਹਿ ਰਿਹਾ ਮੈਂ ਠੀਕ ਹਾਂ? ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਬਈ ਮੇਰੇ ਤੋਂ ਖਾਇਆ ਨਹੀਂ ਜਾ ਰਿਹਾ, ਤੂੰ ਲਿਕੁਇਡ ਲੈ ਕੇ ਆਈ 12 ਤਰੀਕ ਨੂੰ ਸਵੇਰੇ। ਹਾਂ, ਤਾਂ ਅਸੀਂ ਲੈ ਕੇ ਪਹਲੇ ਹਸਪਤਾਲ ਨਹੀਂ ਪਹੁੰਚਿਆ ਤੇ ਇਹਨਾਂ ਦਾ ਮੈਸੇਜ ਆ ਗਿਆ ਕਿ ਬਈ ਤੁਹਾਨੂੰ ਕਹਿ ਰਹੇ ਆ ਕਿ ਵੀ 12 ਤਰੀਕ ਨੂੰ ਵੀਰ ਜੀ ਮੈਸੇਜ ਕਰ ਰਹੇ ਆ ਮੈਂ ਠੀਕ ਹਾਂ? ਫੋਨ ਅੰਦਰ ਮੌਜੂਦ ਹੈ ਜੀ। ਅੱਛਾ, ਮੇਰੇ ਫੋਨ ਅੰਦਰ WhatsApp ਮੌਜੂਦ ਹੈ, ਅੰਦਰ ਕਹਿੰਦਾ ਤੁਹਾਨੂੰ ਕਹਿ ਰਿਹਾ ਮੈਂ ਠੀਕ ਆ, 12 ਤਰੀਕ ਨੂੰ ਮੇਰੇ ਵਾਸਤੇ ਲਿਕੁਇਡ ਲੈ ਕੇ ਆਣਾ, ਖਾਣਾ ਮੰਗ। ਐਸੀ ਕੋਈ ਸਥਿਤੀ ਨਹੀਂ ਸੀ ਕਿ ਜੋ ਉਹ ਅਨਕੌਂਸ਼ੀਅਸ ਜੰਤ ਵੱਲ ਜਾ ਰਹੇ ਸੀ। ਨਾ ਹੀ ਉਹਨਾਂ ਨੇ ਮੈਨੂੰ ਲਾਸਟ ਉਹਨਾਂ ਦਾ ਮੈਸੇਜ ਆਇਆ ਕਿ ਭਰਾ ਮੇਰੀ ਜਿਹੜੀ ਆਕਸੀਜਨ ਹੈ ਉਹ 78 ਹੋ ਗਈ ਹੈ ਤੇ ਮੈਂ ਡਾਕਟਰਸ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਵਧਾ ਦਿੱਤਾ ਹੈ, ਵਾਪਸ 85 ਆ ਗਿਆ ਤਾਂ ਅਸੀਂ ਫਿਰ ਸੁੱਖ ਦਾ ਸਾਹ ਲੈ ਲਿੱਤਾ ਸੀਗਾ, ਚਲੋ 85 ਹੋ ਗਿਆ। ਪ੍ਰਾਈਵੇਟ ਹਸਪੀਟਲ ਵੱਲ ਟਰਾਈ ਨਹੀਂ ਕੀਤਾ ਗਿਆ? ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਵੀ ਬੜੇ ਮਤਲਬ ਵੀਰ ਜੀ ਬੜੇ ਵੈਲ ਨੋਨ ਸੀਗੇ, ਮਤਲਬ ਕਿਸੇ ਵੀ ਪ੍ਰਾਈਵੇਟ ਹਸਪੀਟਲ ਸ਼ਾਇਦ ਜੇ ਕੰਟੈਕਟ ਕਰਦੇ ਔਰ ਮਤਲਬ ਫਾਈਨੈਂਸ ਵਾਸ ਨੈਵਰ ਏ ਇਸ਼ੂ, ਹੈ ਨਾ? ਸੋ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਉਂ ਨਹੀਂ ਟਰਾਈ ਕੀਤਾ? ਵੀਰ ਜੀ ਦੇਖੋ, ਵੀਰ ਜੀ ਕਿਸੇ ਨੂੰ ਵੀ ਜਾਣਦੇ ਸੀਗੇ ਤੇ ਉਹ ਆਪਣੇ ਪਰਸਨਲ ਲੈਵਲ ਦੇ ਉੱਤੇ ਜਾਣਦੇ ਸੀ, ਜਾਂ ਸਿੱਖ ਪੰਥ ਵੀ ਜਿੰਨੀ ਵੀ ਇੰਸਟੀਟਿਊਸ਼ਨ ਜਾਂ ਜਿਤਨੇ ਵੀ ਲੋਕ ਨੇ ਉਹ ਉਹਨਾਂ ਦੀ ਜਾਣਕਾਰੀ ਵਿੱਚ ਵੀ ਸੀ। ਮੇਰੀ ਜਾਣਕਾਰੀ ਅੰਦਰ ਤੇ ਕੋਈ ਵੀ ਨਹੀਂ ਸੀ, ਲੇਕਿਨ ਮੈਂ ਜਿਸ ਨੂੰ ਮੇਰੀ ਪਹੁੰਚ ਹੋ ਸਕਦੀ ਸੀ ਮੈਂ ਉਸ ਤੱਕ ਪਹੁੰਚ ਕੀਤੀ। ਉਹਨਾਂ ਵੱਲੋਂ ਰਿਪਲਾਈਜ਼ ਜ਼ਰੂਰ ਆਏ ਕਿ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਕੋਈ ਠੋਸ ਪ੍ਰਮਾਣ ਜਾਂ ਠੋਸ ਤਰੀਕਾ ਨਹੀਂ ਆਇਆ ਕਿ ਹਾਂ ਬਈ ਕਿਸੇ ਪਰਸਨਲ ਟੈਲ ਨੂੰ ਲੈ ਕੇ ਉਹਨਾਂ ਨੇ ਬਈ ਉਸ ਮੁੱਦੇ ਨੂੰ ਚੱਕਿਆ ਹੁੰਦਾ, ਜਦ ਕਿ ਮੈਂ ਇਸ ਚੀਜ਼ ਨੂੰ ਗਿੜਗਿੜਾ ਰਿਹਾ ਸੀ ਕਿ ਬਈ ਮੇਰੇ ਵੀਰ ਦੀ ਤਬੀਅਤ ਠੀਕ ਨਹੀਂ ਹੈ। ਉਹਨਾਂ ਨੇ ਉਸ ਚੀਜ਼ ਨੂੰ ਕਿੰਨਾ ਕੁ ਪਰਸਨਲੀ ਤੌਰ 'ਤੇ ਸੀਰੀਅਸ ਲਿੱਤਾ, ਕਿੰਨਾ ਨਹੀਂ ਲਿੱਤਾ, ਮੈਂ ਕਿਸੇ ਦੀ ਬੁਰਾਈ ਨਹੀਂ ਕਰਨਾ ਚਾਹੁੰਦਾ। ਬਈ ਦੇਖੋ, ਮੈਂ ਕਿਤੇ ਨਾ ਕਿਤੇ ਮੇਰਾ ਬ੍ਰਦਰ ਜਿਹੜਾ ਸੀ ਉਹ ਹੱਕ ਸੱਚ ਦੀ ਆਵਾਜ਼ ਲੜਦਾ ਹੋਇਆ ਇੱਕ ਦਰਵੇਸ਼ ਸਿਆਸਤਦਾਨ ਸੀ, ਔਰ ਕਿਤੇ ਨਾ ਕਿਤੇ ਜਿਹੜੀ ਉਹਦੀ ਦਰਵੇਸ਼ੀ ਸੀ ਉਹ ਉਹਦੇ ਇਲਾਜ ਦੇ ਅੰਦਰ ਅੜਿੱਕਾ ਬਣੀ, ਜੋ ਮੈਨੂੰ ਲੱਗਦਾ। ਪਰ ਜੇ ਤੁਸੀਂ ਕਿਹਾ ਕਿ ਬਈ
ਮਤਲਬ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਟਰਾਈ ਵੀ ਕੀਤਾ ਹੋਏਗਾ, ਸ਼ਾਇਦ ਗੱਲ ਵੀ ਚੱਲ ਰਹੀ ਹੋਏਗੀ, ਕਿਸੇ ਹੋਰ ਡਾਕਟਰ ਚੇਂਜ ਕਰਨ ਦੀ ਜਾਂ ਟ੍ਰੀਟਮੈਂਟ ਲਾਈਨ ਆਫ ਟ੍ਰੀਟਮੈਂਟ ਚੇਂਜ ਕਰਨ ਬਾਰੇ ਕੋਈ ਡਿਸਕਸ਼ਨ ਹੋਈ ਸੀਗੀ ਉਹ ਡਾਕਟਰਸ ਦੇ ਨਾਲ? ਜਦ ਮੈਂ ਉਹਨਾਂ ਨੂੰ ਬਈ ਹਸਪੀਟਲ ਫੋਰਟਿਸ ਦੇ ਅੰਦਰ ਸਾਡੇ ਨਾਲ ਬਲਜੀਤ ਵੀਰ ਜੀ ਹੁੰਦੇ ਸੀ ਨਾਲ ਹੀ, ਉਹਨਾਂ ਦੇ ਫਰੈਂਡ ਹੈਗੇ ਸੀਗੇ, ਤੇ ਉਹਨਾਂ ਨੇ ਫੋਰਟਿਸ ਦੇ ਅੰਦਰ ਬਹੁਤ ਜਾਣ ਪਛਾਣ ਲਗਾਈ, ਜਿਸ ਦੇ ਆਧਾਰ ਦੇ ਉੱਤੇ ਸਾਨੂੰ ਰੂਮ ਔਰ ਜਿਹੜਾ ਬੈੱਡ ਸੀ ਉਹ ਅਵੇਲੇਬਲ ਹੋਇਆ। ਲੇਕਿਨ ਇਨ ਬਿਟਵੀਨ ਜਦ ਅਸੀਂ ਰੂਮ ਅਵੇਲੇਬਲ ਹੋ ਗਿਆ ਤੇ ਅਸੀਂ ਡਾਕਟਰਸ ਜਦ ਬਾਹਰ ਆਏ ਤੇ ਡਾਕਟਰਸ ਨੇ ਸਾਨੂੰ ਪੋਜ਼ਿਟਿਵ ਕਰ ਦਿੱਤਾ ਕਿ ਅੱਜ ਜਰਨੈਲ ਸਿੰਘ ਜੀ ਦੀ ਤਬੀਅਤ ਬਹੁਤ ਠੀਕ ਹੈਗੀ ਹੈ, ਤੇ ਉਹ ਅਗਰ ਇਸੀ ਸਿਚੁਏਸ਼ਨ ਦੇ ਅੰਦਰ ਕੰਟੀਨਿਊਸ ਕਰਦੇ ਤੇ ਅਸੀਂ 3 ਦਿਨ ਦੇ ਅੰਦਰ ਬਾਹਰ ਅਸੀਂ ਆਈਸੀਯੂ ਤੋਂ ਬਾਹਰ ਕੱਢ ਦਿਆਂਗੇ, ਘਰ ਭੇਜ ਦਿਆਂਗੇ। ਅੱਛਾ, ਡਿਸਚਾਰਜ ਕਰ ਦਿੰਦੇ ਹਾਂ, ਯਾਨੀ ਕਿ ਪ੍ਰੋਸੈਸ ਲਿਆ ਕਿ ਬਈ ਉਹ ਠੀਕ ਹੈ, ਰਿਕਵਰੀ ਕਰ ਰਹੇ ਆ, ਤੁਹਾਨੂੰ ਲੋੜ ਨਹੀਂ, ਫਿਰ ਤੁਸੀਂ ਸੋਚਿਆ ਹੋਣਾ ਕਿ ਸ਼ਾਇਦ ਹੁਣ ਤਾਂ ਬਈ ਠੀਕ ਹੈ, ਹੁਣ ਤਾਂ ਜਦ 2-3 ਦਿਨ ਜਿੱਥੇ ਆਰਾਮ ਆ ਜਾਣਾ। ਜਿਸ ਟਾਈਮ ਬਲਜੀਤ ਵੀਰ ਜੀ ਨੇ ਹਸਪੀਟਲ ਦਾ ਅਰੇਂਜਮੈਂਟ ਕਰ ਲਿੱਤਾ, ਉਸੇ ਦਿਨ ਸ਼ਾਮ ਨੂੰ ਡਾਕਟਰਸ ਨੇ ਸਾਨੂੰ ਇੰਨਾ ਪੋਜ਼ਿਟਿਵ ਕਰਤਾ ਕਿ ਬਈ ਉਹਨਾਂ ਦੀ ਤਬੀਅਤ ਬਿਲਕੁਲ ਠੀਕ ਹੈਗੀ ਹੈ ਤੇ ਸਾਰਾ ਕੁਝ ਨਾਰਮਲ ਹੈਗਾ, ਸਿਰਫ ਆਕਸੀਜਨ ਦਾ ਲੈਵਲ 10/100 ਦਾ ਚੱਲ ਰਿਹਾ ਹੈਗਾ, ਉਹ ਹੌਲੀ ਹੌਲੀ ਅਸੀਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਤੇ ਅਸੀਂ ਉਸ ਚੀਜ਼ ਨੂੰ ਮਤਲਬ ਕਿ ਬੜਾ ਸਕੂਨ ਦਾ ਸਾਹ ਲਿਆ, ਤੇ ਅਸੀਂ ਕਿਹਾ ਚਲੋ ਟ੍ਰੀਟਮੈਂਟ ਅਗਰ ਇੱਥੇ ਹੀ ਠੀਕ ਚੱਲ ਰਿਹਾ ਤੇ ਅਸੀਂ ਫਿਰ ਇੱਥੋਂ ਨਾ ਚੇਂਜ ਕਰੀਏ। ਉਸ ਤੋਂ ਅਗਲੇ ਦਿਨ ਜਦ ਅਸੀਂ ਉਹਨਾਂ ਨੂੰ ਚੇਂਜ ਕਰਨਾ ਚਾਹਿਆ, ਜਦ ਵੀਰ ਜੀ ਦਾ ਵੀ ਅੰਦਰੋਂ ਮੈਸੇਜ ਆਇਆ ਕਿ ਯਾਰ ਤੁਸੀਂ ਫੋਰਟਿਸ ਹਸਪਤਾਲ ਦੀ ਗੱਲ ਕਰ ਰਹੇ ਤੇ ਚੇਂਜ ਕਿਉਂ ਨਹੀਂ ਕੀਤਾ, ਤੇ ਉਹਨਾਂ ਨੇ ਕਹੀ ਹੈ ਹਾਂ, ਤੇ ਉਹਨਾਂ ਦਾ ਮੈਸੇਜ ਆਇਆ ਕਿ ਜੇ ਫੋਰਟਿਸ ਦੀ ਗੱਲ ਹੋਈ ਸੀ ਤੇ ਕੀ ਬਣਿਆ, ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਹਾਲੇ ਦੁਬਾਰਾ ਗੱਲ ਚੱਲ ਰਹੀ ਹੈਗੀ ਹੈ। ਤੇ ਜਦ ਮੈਂ ਹਸਪੀਟਲ ਦੇ ਵੱਡੇ ਡਾਕਟਰ ਜਿਹੜੇ ਨੋਡਲ ਅਫੀਸਰ ਲੱਗੇ ਹੋਏ ਨੇ, ਮਿਸਟਰ ਡੋਗਰਾ, ਵਿਕਾਸ ਡੋਗਰਾ ਜੀ ਨਾਲ ਗੱਲ ਕੀਤੀ, ਤੇ ਉਹਨਾਂ ਨੇ ਮੇਰੇ ਨਾਲ ਲਾਈਨ ਦੇ ਉੱਤੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਨੇ ਸੰਜੇ ਸਿੰਘ ਲਾਈਨ ਦੇ ਉੱਤੇ ਹੀ ਸੀ, ਤੇ ਮੈਂ ਲਾਈਨ 'ਤੇ ਸੀਗਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਹਸਪਤਾਲ ਚੇਂਜ ਕਰਾਉਣਾ ਚਾਹੁੰਦਾ, ਤੇ ਵਿਕਾਸ ਡੋਗਰਾ ਜੀ ਨੇ ਮੈਨੂੰ ਕਿਹਾ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ, ਅਗਰ ਬਾਈ ਪੈਪਸ ਤੋਂ ਹਟਾਇਆ ਗਿਆ ਤੇ ਉਹ ਕਲੈਪਸ ਕਰ ਜਾएंगे। ਉਹ ਜਿਹੜਾ ਡਰ ਮੇਰੇ ਦਿਮਾਗ ਦੇ ਅੰਦਰ ਬੈਠਿਆ ਉਹ ਤੁਹਾਡੇ ਸਾਹਮਣੇ ਆਇਆ, ਬਾਅਦ 'ਚ ਨਤੀਜਾ ਕੀ ਹੋਇਆ। ਐਕਮੋ ਮਸ਼ੀਨ ਦੀ ਗੱਲ ਆ ਰਹੀ ਸੀਗੀ ਕਿ ਸ਼ਾਇਦ ਉਹਨਾਂ ਨੂੰ ਐਕਮੋ ਰਿਕਮੈਂਡ ਕੀਤੀ ਗਈ ਸੀ, ਕਿ ਪ੍ਰੈਸਕ੍ਰਾਈਬ ਕੀਤੀ ਗਈ ਸੀ, ਜਾਂ ਕਿਉਂਕਿ ਇਹ ਗੱਲ ਚੱਲ ਰਹੀ ਹੈ ਕਿ ਵੀ 3 ਦਿਨਾਂ ਤੋਂ ਐਕਮੋ ਦੀ ਮੰਗ ਕੀਤੀ ਜਾ ਰਹੀ ਸੀ, ਇਹ ਕੀ ਗੱਲ ਸੀ? ਵੀਰ ਜੀ, ਉਹਨਾਂ ਨੂੰ ਸਾਹ ਲੈਣ ਦੇ ਅੰਦਰ ਦਿੱਕਤ ਹੋ ਰਹੀ ਸੀ ਤੇ ਗਲਾ ਜਿਹੜਾ ਸੀ ਉਹ ਪੱਕਿਆ ਜਾ ਰਿਹਾ ਸੀਗਾ, ਗਲਾ ਫੜਿਆ ਜਾ ਰਿਹਾ ਸੀ। ਅਸੀਂ ਉਹਨਾਂ ਨੂੰ ਚਾਹੁੰਦੇ ਸੀ ਕਿ ਕਿਤੇ ਨਾ ਕਿਤੇ ਇਹ ਸਿਚੁਏਸ਼ਨ ਆ ਜਾਏਗੀ ਕਿ ਵੈਂਟੀਲੇਟਰ ਤੇ ਪਾਣਾ ਪਏਗਾ, ਵੈਂਟੀਲੇਟਰ ਤੇ ਪਾਣਾ ਔਰ ECMO ਮਸ਼ੀਨ ਲੈ ਕੇ ਚੱਲਣਾ ਸਾਨੂੰ ਬੈਟਰ ਲੱਗ ਰਿਹਾ ਸੀ ਕਿ ਜਿਹੜੀ ECMO ਮਸ਼ੀਨ ਹੁੰਦੀ ਹੈ ਉਹ ਬਲੱਡ ਦੇ ਰਾਹੀਂ ਲੰਗਸ ਨੂੰ ਆਕਸੀਜਨ ਪਹੁੰਚਾਉਂਦੀ ਹੈ, ਤੇ ਜਿਹੜਾ ਇਸ ਬਿਮਾਰੀ ਦੇ ਅੰਦਰ ਤੁਸੀਂ ਵੈਂਟੀਲੇਟਰ ਦੇ ਉੱਤੇ ਕਰ ਦਿੰਦੇ ਹੋ, ਤੇ ਜਿਹੜਾ ਬੰਦਾ ਵੈਂਟੀਲੇਟਰ ਦੇ ਅੰਦਰ ਹੁੰਦਾ ਉਹਨੂੰ ਪਹਿਲੇ ਹੀ ਲੰਗਸ ਜਿਹੜੇ ਉਹਦੇ ਕੰਮ ਘੱਟ ਕਰ ਰਹੇ ਹੁੰਦੇ ਨੇ, ਤੇ ਵੈਂਟੀਲੇਟਰ ਉਹਦੇ ਅੰਦਰ 2-3 ਦਿਨ ਦੇ ਅੰਦਰ ਹੀ ਨਿਮੋਨੀਆ ਨੂੰ ਡਬਲ ਚਾਰਜ ਕਰ ਦਿੰਦਾ, ਤੇ ਉਹਦੇ ਅੰਦਰ ਬਚਣਾ ਨਾਮੁਮਕਿਨ ਹੈਗਾ, ਉਹਦੇ ਅੰਦਰ ਪੇਸ਼ੈਂਟ ਬਚ ਹੀ ਨਹੀਂ ਸਕਦਾ। ਇਹ ਇੱਕ ਨਾਮ ਦਾ ਵੈਂਟੀਲੇਟਰ ਹੈਗਾ ਕਿ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਵੈਂਟੀਲੇਟਰ ਦੇ ਉੱਤੇ ਪਾਉਣਾ ਮਤਲਬ ਕਿ 2-3 ਦਿਨ ਕੱਢਣਾ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਅਸੀਂ ਚਾਹੁੰਦੇ ਸੀ ECMO ਮਸ਼ੀਨ ਪਹਿਲੇ ਮਿਲ ਜਾਏ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਦਾ ਜਿਹੜਾ ਨਿਮੋਨੀਆ ਅੰਦਰ ਹੈਗਾ ਉਹ ਕੰਟਰੋਲ ਰਹੇ ਤੇ ਪਲੱਸ ਟ੍ਰੀਟਮੈਂਟ ਹੁੰਦਾ ਰਹੇ। ਡਾਕਟਰ ਨੇ ਰਿਕਮੈਂਡ ਕੀਤਾ ਸੀ? ਡਾਕਟਰ ਤੇ ਮੈਂ ਕਹਿ ਰਿਹਾ ਤੁਹਾਨੂੰ ਕਿ ਜਿਹੜੇ ਡਾਕਟਰ ਸੀ ਉਹ ਨਾਮ ਮਾਤਰ ਦੇ ਡਾਕਟਰ ਸੀ ਜੀ। ਅੱਛਾ, ਰਿਕਮੈਂਡ ਨਹੀਂ ਸੀ ਕਰ? ਉਹ ਰਿਕਮੈਂਡ ਨਹੀਂ ਕੀਤਾ ਉਹਨਾਂ ਨੇ, ਉਹ ਤੇ ਬਸ ਉਹਨਾਂ ਦੇ ਲਈ ਤੇ ਉਹ ਇੱਕ ਸਮਝ ਲਓ ਕਿ ਉਹਨਾਂ ਨੂੰ ਅਥਾਰਟੀ ਮਿਲੀ ਹੋਈ ਹੈ ਭਾਰਤ ਸਰਕਾਰ ਵੱਲੋਂ ਕਿ ਕੋਈ ਮਰ ਜਾਏ ਕੋਈ ਜੀ ਜਾਏ, ਤੁਹਾਡੇ ਟ੍ਰੀਟਮੈਂਟ ਦੇ ਉੱਤੇ ਕੋਈ ਸਵਾਲ ਨਹੀਂ ਉੱਠੇਗਾ। ਤੁਹਾਨੂੰ ਕੀ ਲੱਗਦਾ ਕਿ ਜਰਨੈਲ ਸਿੰਘ ਦਾ ਟ੍ਰੀਟਮੈਂਟ ਹੋਇਆ ਜਾਂ ਕੀ ਹੋਇਆ ਉਹਨਾਂ ਦਾ? ਉਹਨਾਂ ਦਾ ਟ੍ਰੀਟਮੈਂਟ ਹੋਇਆ ਹੀ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ, ਕਰੋਨਾ ਦੇ ਅੰਦਰ ਜਿਹੜਾ ਉਹ ਟ੍ਰੀਟਮੈਂਟ ਉਹਨਾਂ ਨੇ ਚਲਾਇਆ ਉਸ ਤੋਂ 10 ਗੁਣਾ ਜਾਂ 100 ਗੁਣਾ ਮਚ ਬੈਟਰ ਜਿਹੜਾ ਟ੍ਰੀਟਮੈਂਟ ਹੈ ਉਹ ਕਰ ਜਾਂ ਕਿਸੇ ਵੱਡੇ ਕਲੀਨਿਕ ਦੇ ਅੰਦਰ ਅੱਛੀ ਤਰ੍ਹਾਂ ਨਾਲ ਚਲਾਇਆ ਜਾ ਸਕਦਾ ਸੀ। ਫਿਰ ਉੱਥੇ ਕੁਝ ਨਹੀਂ ਹੋਇਆ? ਉਹ ਨਾਮ ਮਾਤਰ ਦੇ ਹਸਪਤਾਲ ਨੇ ਜਿਨ੍ਹਾਂ ਨੂੰ ਸਿਰਫ ਚਲਾਇਆ ਜਾ ਰਿਹਾ ਇੱਕ ਐਡ ਕਰਕੇ ਕਿ ਭਈ ਅਸੀਂ ਇੰਨੇ ਆਕਸੀਜਨ ਬੈੱਡ ਬਣਾਤੇ, ਇੰਨੇ ਅਸੀਂ ਉਹ ਕਰ ਦਿੱਤੇ। ਇਹ ਸਿਰਫ ਗਿਣਤੀਆਂ ਸਰਕਾਰਾਂ ਪੂਰੀ ਕਰਦੀਆਂ, ਇਸ ਤੋਂ ਇਲਾਵਾ। ਸਪੈਸ਼ਲ ਬੰਦਾ ਸੀ ਜਰਨੈਲ ਸਿੰਘ, ਜੇ ਸਪੈਸ਼ਲ ਬੰਦੇ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲ ਸਕਦਾ ਸਪੈਸ਼ਲ ਹਸਪੀਟਲ ਦੇ ਵਿੱਚ, ਤੇ ਆਮ ਬੰਦੇ ਦਾ ਕੀ ਹਾਲਾਤ ਹੁੰਦਾ ਹੋਏਗਾ? ਤੁਹਾਨੂੰ ਕੀ ਲੱਗਦਾ ਕਿ ਐਕਮੋ ਮਸ਼ੀਨ
ਵਾਸਤੇ ਕਿੱਥੇ ਕਿੱਥੇ 2-3 ਦਿਨ ਪਤਾ ਲੱਗਾ ਕਿ ਟਰਾਈ ਕਰਦੇ ਰਹੇ ਕਿਤੋਂ ਗੱਲ ਨਹੀਂ ਬਣੀ, ਤੁਹਾਡੇ ਵੱਲੋਂ ਕਿੰਨੇ ਪ੍ਰਯਾਸ ਕੀਤੇ ਗਏ ਸੀ? ਮੇਰੇ ਵੱਲੋਂ ਤਾਂ ਦੇਖੋ ਜੀ, ਮੈਂ ਤਾਂ ਇੱਕ ਛੋਟਾ ਜਿਹਾ ਬੰਦਾ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਰਨੈਲ ਵੀਰ ਜੀ ਦੀ ਆਪਣੀ ਜਾਣ ਪਛਾਣ ਸੀ, ਉਹ ਜ਼ਿਆਦਾ ਸੀ। ਮੈਂ ਬਈ ਜਿੱਥੇ ਜਿੱਥੇ ਵੀ ਕਿਸੇ ਵੱਡੇ ਬੰਦੇ ਨੂੰ ਆਪਣੇ ਤੌਰ ਦੇ ਉੱਤੇ ਜਾਣਦਾ ਸੀ, ਮੈਂ ਸਭ ਨੂੰ ਫੋਨ ਕੀਤੇ, ਸਭਨਾਂ ਦੇ ਅੱਗੇ ਗਿੜਗਿੜਾਇਆ। ਉਹਨਾਂ ਨੇ ਸਭ ਨੇ ਅੱਗੇ ਫੋਨ ਵੀ ਕੀਤੇ ਹੋਣਗੇ, ਲੇਕਿਨ ਕੋਈ ਐਸਾ ਮੈਨੂੰ ਵਾਪਸ ਰਿਪਲਾਈ ਨਹੀਂ ਆਇਆ ਕਿ ਭਰਾ ਤੇਰਾ ਕੰਮ ਹੋ ਗਿਆ। ਸਾਰਿਆਂ ਨੂੰ ਯਾਨੀ ਕਿੱਥੇ ਕਿੱਥੇ ਸਾਰਿਆਂ ਨੂੰ ਫੋਨ ਕੀਤੇ, ਆਪਣੀ ਜਿਹੜੀ ਵੀ ਆਪਣਾ ਗੁਰਦੁਆਰੇ ਰਿਲੇਟਡ ਦੇ ਨਾਲ ਜਿੰਨੇ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕਿਹਾ, ਦਿੱਲੀ ਸਰਕਾਰ 'ਚ ਵੀ ਕਿਹਾ, ਈਵਨ ਬੀਜੇਪੀ ਦੇ ਜਿਹੜੇ ਸਾਡੇ ਵਿਰੋਧੀ ਵੀ ਸੀ ਉਹਨਾਂ ਤੱਕ ਵੀ ਮੈਂ ਬਹੁਤ ਪਹੁੰਚ ਕੀਤੀ, ਲੇਕਿਨ ਕੋਈ ਵੀ ਚੰਗਾ ਰਿਸਪੌਂਸ ਵਾਪਸ ਨਹੀਂ ਆਇਆ। ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਤਬੀਅਤ ਲਾਸਟ ਜਿਹੜੀ ਸਾਡੀ ਕੋਸ਼ਿਸ਼ ਸੀ, ਉਹਨਾਂ ਨੇ ਵੈਂਟੀਲੇਟਰ 'ਤੇ ਪਾ ਦਿੱਤਾ ਸੀ ਅਤੇ ਅਸੀਂ ਮੈਦਾਨਤਾ ਤੱਕ ਗੱਲ ਕੀਤੀ। ਇਹਦੇ ਅੰਦਰ ਮੈਂ ਸੰਜੇ ਸਿੰਘ ਜੀ ਦਾ ਸ਼ੁਕਰੀਆ ਵੀ ਕਰਨ ਚਾਹਾਂਗਾ ਕਿ ਲੇਕਿਨ ਬਹੁਤ ਆਖਿਰਲੀ ਵੇਲੇ 'ਤੇ ਉਹਨਾਂ ਨੇ ਮੈਦਾਨਤਾ ਵਿੱਚ ਗੱਲ ਕੀਤੀ ਅਤੇ ਜਿਹਦੇ ਥਰੂ ਉੱਥੇ ਹੌਸਪੀਟਲ ਜਿਹੜਾ ਹੈਗਾ ਸੀ ਉੱਥੇ ਵੈਂਟੀਲੇਟਰ ਮਿਲ ਰਿਹਾ ਸੀ। ਬਟ ਉਹਨਾਂ ਦੇ ਡਾਕਟਰ ਵੇਦਾਂਤਾ ਦੇ ਜਿਹੜੇ ਮੇਨ ਡਾਕਟਰ ਸੀ, ਉਹਨਾਂ ਨੇ ਇਹ ਵਾਲੇ ਡਾਕਟਰ ਨਾਲ ਕੰਸਲਟ ਕੀਤਾ। ਕਿਤੇ ਨਾ ਕਿਤੇ ਮੈਨੂੰ ਇੱਕ ਉਹ ਸ਼ੱਕ ਦੀ ਸੂਈ ਨਜ਼ਰ ਆਉਂਦੀ ਹੈ ਕਿ ਉਹ ਲਾਈਨ ਆਫ ਟਰੀਟਮੈਂਟ ਇਸ ਹੌਸਪੀਟਲ 'ਚ ਸਹੀ ਨਹੀਂ ਸੀ, ਕਿਉਂਕਿ ਜਿਹੜੇ ਮੈਦਾਨਤਾ ਦੇ ਡਾਕਟਰ ਸੀ ਉਹਨਾਂ ਨੇ ਕਿਹਾ ਕਿ ਇਸ ਟਰੀਟਮੈਂਟ ਨੂੰ ਤੁਸੀਂ ਚੇਂਜ ਕਰੋ, ਜਿਹਦੇ ਨਾਲ ਤੁਹਾਡੇ ਪੇਸ਼ੈਂਟ ਦੀ ਸਥਿਤੀ ਜਿਹੜੀ ਹੈ ਉਹ ਬੈਟਰ ਹੋਏਗੀ। ਅਤੇ ਅਸੀਂ ਕੱਲ੍ਹ ਆਪਣੀ ਜਿਹੜੀ ਐਂਬੂਲੈਂਸ ਹੈਗੀ ਹੈ ਵੈਂਟੀਲੇਟਰ ਵਾਲੀ, ਉਹ ਭੇਜਾਂਗੇ ਅਤੇ ਅਸੀਂ ਪੇਸ਼ੈਂਟ ਲੈ ਲਾਂਗੇ। ਬਟ ਉਹ ਜਿਹੜੀ ਰਾਤ ਸੀ, ਉਹ ਰਾਤ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਮੇਰੀ ਗੱਲ ਹੋਈ ਹੈ ਡਾਕਟਰ ਮੈਦਾਨਤਾ ਦੇ ਹੌਸਪੀਟਲ ਵਾਲੇ ਨੇ, ਰਾਤ 12 ਵਜੇ ਦੇ ਕਰੀਬ ਦੀ ਹੈਗੀ ਹੈ, ਅਤੇ ਲੇਕਿਨ ਸਵੇਰ ਜਿਹੜੀ ਹੈਗੀ ਸੀ ਉਹ ਸਵੇਰ ਚੜ੍ਹ ਨਾ ਸਕੀ। ਅਫਸੋਸ ਕਿਸੇ ਗੱਲ ਦਾ ਕਿ ਮੈਂ ਆਪਣੇ ਭਰਾ ਵਾਸਤੇ ਇੰਨੀ ਕੋਸ਼ਿਸ਼ ਕਰਦਾ ਰਿਹਾ, ਕਿਤੇ ਲੱਗਾ ਕਿ ਸ਼ਾਇਦ ਇਹ ਹੋ ਜਾਂਦਾ, ਕੋਈ ਐਸਾ ਗੱਲ? ਅਫਸੋਸ ਵੀ ਜੀ ਮੈਨੂੰ ਇੰਨਾ ਹੀ ਹੈ ਕਿ ਕਿਤੇ ਨਾ ਕਿਤੇ ਮੈਂ ਉਹਨਾਂ ਵੀਰ ਜੀ ਨੂੰ ਇਹ ਟਰੀਟਮੈਂਟ ਤੋਂ ਬਚਾਉਣਾ ਚਾਹੁੰਦਾ ਸੀ, ਲੇਕਿਨ ਉਹ ਕਦੀ ਕਦਾਰ ਆਪਣੀ ਸੂਝ-ਬੂਝ ਦੇ ਨਾਲ, ਉਹ ਸਾਡੇ ਤੋਂ ਜ਼ਿਆਦਾ ਪੜ੍ਹੇ ਲਿਖੇ ਸੀ ਅਤੇ ਉਹ ਮੈਨੂੰ ਇਸ ਚੀਜ਼ ਨੂੰ ਡਿਨਾਈ ਕਰ ਦਿੰਦੇ ਸੀ ਕਿ ਨਹੀਂ, ਬੈਟਰ ਟਰੀਟਮੈਂਟ ਜਿਹੜਾ ਹੈ ਕਿ ਉਹ ਹੌਸਪੀਟਲਾਈਜ਼ਡ ਹੋ ਕੇ ਮਿਲ ਜਾਏਗਾ। ਲੇਕਿਨ ਜਿਸ ਤਰ੍ਹਾਂ ਦਾ ਮੈਂ, ਕਿਉਂਕਿ ਉਹ ਘਰ ਹੀ ਰਹਿੰਦੇ ਸੀ ਔਰ ਮੈਂ ਪੂਰਾ ਆਲ ਓਵਰ ਦਿੱਲੀ ਘੁੰਮਦਾ ਸੀ, ਅਤੇ ਮੈਨੂੰ ਸਿਚੁਏਸ਼ਨ ਸਾਫ਼ ਨਜ਼ਰ ਆ ਰਹੀ ਸੀ ਕਿ ਜਿਹੜੇ ਹਸਪਤਾਲ ਨੇ ਉਹ ਹੌਲੀ ਹੌਲੀ ਦਿੱਲੀ ਦੇ ਅੰਦਰ ਤੇ ਮੌਤ ਦਾ ਘਰ ਬਣ ਚੁੱਕੇ ਨੇ। ਆਮ ਲੋਕਾਂ ਵਾਸਤੇ ਕੋਈ ਇਸ ਤੋਂ ਸੇਧ ਮਿਲਣ ਦੇਖਣ ਨੂੰ ਮਿਲਦੀ ਹੈ? ਕਿਉਂਕਿ ਉਹ ਕਹਿੰਦੇ ਨਾ ਕਿ ਸਿਸਟਮ, ਮੈਸੇਜ ਚੱਲਿਆ ਕਿ ਸਿਸਟਮ ਕੋਲੈਪਸ ਹੋ ਗਿਆ, ਪਰ ਕਿਸੇ ਸਮਝਦਾਰ ਨੇ ਪਾਇਆ ਕਿ ਸਿਸਟਮ ਕੋਲੈਪਸ ਨਹੀਂ ਹੋਇਆ, ਸਿਸਟਮ ਐਕਸਪੋਜ਼ ਹੋਇਆ, ਸਿਸਟਮ ਤਾਂ ਇਹੀ ਸੀ। ਦੇਖੋ, ਮੈਂ ਤੁਹਾਨੂੰ ਇੱਕ ਆਮ ਬੰਦੇ ਦੀ ਗੱਲ ਦੱਸਾਂ ਤੇ ਮੈਂ ਹਸਪਤਾਲ ਦੇ ਬਾਹਰ ਹੀ ਖੜਾ ਸੀਗਾ ਤੇ ਡਾਕਟਰਸ ਆਉਂਦੇ ਸੀ ਇੱਕ ਟਾਈਮ ਮਰੀਜ਼ ਦੀ ਸਥਿਤੀ ਦੱਸਣ ਦੇ ਲਈ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਜਦ ਮੈਂ ਆਪਣੇ ਪੇਸ਼ੈਂਟ ਦੇ ਬਾਰੇ ਪੁੱਛਿਆ ਤੇ ਇੱਕ ਵਿਚਾਰੇ ਹੋਰ ਸੀਗੇ, ਉਹ ਕਿਤੋਂ ਆਏ ਹੋਏ ਸੀ, ਅਤੇ ਉਹਨਾਂ ਨੇ ਪੇਸ਼ੈਂਟਸ ਨੂੰ ਪੁੱਛਿਆ ਕਿ ਵੀ ਸਾਡਾ ਜਿਹੜਾ ਮਰੀਜ਼ ਹੈ ਉਹ ਕਿੱਦਾਂ ਦਾ ਹੈ, ਅਤੇ ਇਨ ਬਿਟਵੀਨ ਹਸਪਤਾਲ ਦੇ ਅੰਦਰੋਂ ਹੀ ਨਰਸ ਬਾਹਰ ਆਈ ਕਿ ਜਿਹੜੀ 20-22 ਸਾਲ ਦੀ ਮੇਰੇ ਖਿਆਲ ਨਾਲ ਕੁੜੀ ਹੈਗੀ ਹੈ, ਉਹ ਬਹੁਤ ਪਰੇਸ਼ਾਨ ਕਰ ਰਹੀ ਹੈ, ਬਹੁਤ ਇਰੀਟੇਟ ਹੋ ਰਹੀ ਹੈ, ਬੈੱਡ ਦੇ ਉੱਤੇ ਹੱਥ ਮਾਰ ਰਹੀ ਹੈ, ਉਹ ਬਾਈਪੈਪਸ ਲੱਗੀ ਹੋਈ ਹੈ। ਅਤੇ ਡਾਕਟਰ ਨੇ ਸਾਡੇ ਈਵਨ ਉਹਦੇ ਘਰ ਵਾਲਿਆਂ ਨੇ ਸਾਹਮਣੇ ਕਿਹਾ ਕਿ ਅਗਰ ਉਹ ਇਸ ਤਰ੍ਹਾਂ ਹੀ ਰਹੇਗੀ ਤਾਂ ਉਸਕੇ ਹੱਥ ਪੈਰ ਬਾਂਧ ਦਿਏ ਜਾएं। ਇਹ ਸਾਡੇ ਸਾਹਮਣੇ ਦੀ ਅੱਖਾਂ ਦੀ ਗੱਲ ਹੈ। ਅਸੀਂ ਇਸ ਚੀਜ਼ ਨੂੰ ਲੈ ਕੇ ਇੰਨਾ ਮਤਲਬ ਕਿ ਹੈਰਾਨ ਹੋਏ ਅਤੇ ਪਰੇਸ਼ਾਨ ਵੀ ਹੋਏ ਕਿ ਮੇਰੀ ਬਈ ਡਾਕਟਰਸ ਨੇ ਜਾਂ ਜੱਲਾਦ ਨੇ, ਜਿਨ੍ਹਾਂ ਦੇ ਅੰਦਰ ਰਹਿਮ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੈਨੂੰ ਲੱਗਦਾ ਕਿ ਜਰਨੈਲ ਵਿਜੇ ਨਾਲ ਵੀ ਸਖਤੀ ਹੋ ਸਕੀ ਹੋਈ ਸਖਤੀ ਮੈਂ ਇੰਨਾ ਨਹੀਂ ਕਹਿ ਸਕਦਾ ਕਿ ਉਹਨਾਂ ਨਾਲ ਸਖਤੀ ਹੋਈ ਹੋਏਗੀ, ਲੇਕਿਨ ਜਦ ਤੱਕ ਉਹ ਕੌਨਸ਼ੀਅਸ ਸੀ, ਅਗਰ ਉਹਨਾਂ ਦੇ ਨਾਲ ਸਖਤੀ ਹੋਈ ਵੀ ਹੁੰਦੀ ਅਤੇ ਉਹ ਮੈਨੂੰ ਫਟ ਉਸੀ ਟਾਈਮ ਮੈਸੇਜ ਕਰ ਦਿੰਦੇ। ਮੈਂ ਇਸ ਚੀਜ਼ ਨੂੰ ਡਿਨਾਈ ਕਰਦਾ ਕਿ ਉਹਨਾਂ ਦੇ ਨਾਲ ਹੋਏਗਾ, ਬਟ ਲੇਕਿਨ ਹਸਪਤਾਲ ਦੇ ਅੰਦਰ ਕਰੋਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਇੱਕ ਉਹ ਬਹੁਤ ਵੱਡਾ ਬੰਬ ਹੈ, ਅਤੇ ਮਰੀਜ਼ ਨੂੰ ਉੱਥੇ ਬਿਲਕੁਲ ਤਸੱਲੀ ਨਹੀਂ ਦਿੱਤੀ ਜਾਂਦੀ, ਉਹਨੂੰ ਸੁੱਟ ਦਿੱਤਾ ਜਾਂਦਾ ਹੈ। ਉਹ ਉਸ ਟਾਈਮ ਉਹ ਖਾਣਾ ਖਾ ਰਿਹਾ ਹੈ, ਉਹਨੇ ਖਾਣਾ ਦੀ ਇੱਕ ਗਰਾਈ ਖਾਈ ਹੈ, 2 ਖਾਈ ਹੈ, ਨਹੀਂ ਖਾਈ ਹੈ, ਉਸ ਤੋਂ ਬਾਅਦ ਦੁਬਾਰਾ ਉਹਨੂੰ ਪੁੱਛੀ ਜਾ ਰਹੀ ਹੈ, ਨਹੀਂ ਪੁੱਛੀ ਜਾ ਰਹੀ ਹੈ, ਉਹਨੂੰ ਪਾਣੀ ਪੀਣਾ ਹੈ, ਉਹਨੂੰ ਕੁਝ ਕਰਨਾ ਹੈ, ਇਹਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ। 4 ਘੰਟੇ ਤੱਕ ਸਾਡੇ ਨਾਲ ਪੇਸ਼ੈਂਟਸ ਹੋਰ ਹੁੰਦੇ ਸੀ,
ਉਹ ਕਹਿੰਦੇ ਸੀ 4-4 ਘੰਟੇ ਤੱਕ ਮੈਨੂੰ ਕੋਈ ਪਾਣੀ ਪਿਲਾਉਣ ਨਹੀਂ ਆਉਂਦਾ। ਇਸ ਤਰ੍ਹਾਂ ਹੁੰਦਾ ਸੀਗਾ ਜਦੋਂ ਸਭ ਕੁਝ ਹੋ ਗਿਆ ਹੈ ਨਾ। ਤੁਸੀਂ ਕਿਹਾ ਕਿ ਕਾਫੀ ਜਗ੍ਹਾ ਤੁਸੀਂ ਬੂਹੇ ਖੜਕਾਏ ਪਰ ਕਿਤੋਂ ਵੀ ਬੂਹਾ ਖੁੱਲਾ ਨਹੀਂ ਨਜ਼ਰ ਆਇਆ। ਕੋਸ਼ਿਸ਼ਾਂ ਦੇ ਤੁਹਾਨੂੰ ਇਹ ਹਰ ਵਾਰੀ ਫੋਨ ਆਉਂਦੇ ਰਹੇ ਕਿ ਕੋਸ਼ਿਸ਼ ਕਰ ਰਹੇ ਹਾਂ ਪਰ ਕਿਸੇ ਦਾ ਇਹ ਫੋਨ ਨਹੀਂ ਆਇਆ ਕਿ ਕੋਸ਼ਿਸ਼ ਕਾਮਯਾਬ ਹੋਈ ਹੈ। ਪਰ ਜਦੋਂ ਸਭ ਕੁਝ ਹੋਇਆ ਕਿ ਅਫਸੋਸ ਕਰਨ ਵਾਸਤੇ ਇੱਕ ਬਹੁਤ ਵੱਡੇ ਲੀਡਰ ਸੀਗੇ, ਭਾਵੇਂ ਆਮ ਆਦਮੀ ਪਾਰਟੀ ਦੇ ਕਹਿ ਲਓ ਜਾਂ ਧਾਰਮਿਕ ਜਿਹੜਾ ਹੈਗਾ ਫਲਸਫੇ ਦੇ ਵਿੱਚ ਕਿੰਨਾ ਅੱਗੇ ਉਹ ਹੋ ਕੇ ਕੰਮ ਕਰਦੇ ਸੀਗੇ, ਕਿ ਵੱਡੇ ਵੱਡੇ ਰਾਜਨੀਤਾ ਨੇ ਤੁਹਾਨੂੰ ਕੰਟੈਕਟ ਕੀਤਾ, ਇਸ ਬਾਰੇ ਕੋਈ ਅਫਸੋਸ ਜ਼ਾਹਿਰ ਕੀਤਾ ਕਿ ਉਹ ਕੁਝ ਨਾ ਕਰ ਸਕੇ ਇਸ ਬਾਰੇ ਦੇ ਵਿੱਚ? ਦੇਖੋ ਜੀ, ਮੈਨੂੰ ਪਰਸਨਲ ਤੌਰ ਦੇ ਉੱਤੇ ਕਿਸੇ ਨੇ ਅਫਸੋਸ ਨਹੀਂ ਜ਼ਾਹਿਰ ਕੀਤਾ। ਸਿਰਫ ਇੱਕ ਪਰਮਜੀਤ ਸਿੰਘ ਸਰਨਾ ਜੀ ਦਾ ਫੋਨ ਆਇਆ, ਜਿਨ੍ਹਾਂ ਨੇ ਮੈਨੂੰ ਇੱਕ ਦਿਨ ਪਹਿਲੇ ਦਿਲਾਸਾ ਵੀ ਦਿੱਤਾ ਕਿ ਬੱਚੇ ਅਗਰ ਤੂੰ ਚਿੰਤਾ ਨਾ ਕਰ, ਕਈ ਬੰਦੇ ਜਿਹੜੇ ਹੈਗੇ ਨੇ 70 ਦਿਨ ਵੈਂਟੀਲੇਟਰ ਰਹਿਣ ਤੋਂ ਬਾਅਦ ਵੀ ਵਾਪਸ ਆਉਂਦੇ ਨੇ, ਸਾਨੂੰ ਗੁਰੂ ਮਹਾਰਾਜ ਦੇ ਉੱਤੇ ਭਰੋਸਾ ਆਉਣਗੇ। ਬਟ ਉਹ ਸੱਚਾਈ ਕੁਛ ਹੋਰ ਸੀ, ਕਿਉਂਕਿ ਸਾਨੂੰ ਪਤਾ ਸੀ ਕਿ ਇਸ ਇਲਾਜ ਦੇ ਅੰਦਰ ਉਹ ਚੀਜ਼ ਨਹੀਂ ਹੋਣ ਵਾਲੀ ਹੈਗੀ ਹੈ। ਅਤੇ ਉਹਨਾਂ ਨੇ ਅਗਲੇ ਦਿਨ ਦੁਬਾਰਾ ਮੈਨੂੰ ਪੁੱਛਿਆ ਕਿ ਜਰਨੈਲ ਵੀਰ ਜੀ ਦਾ ਕੀ ਹਾਲ ਹੈਗਾ, ਅਤੇ ਮੈਂ ਕਿਹਾ ਵੀਰ ਜੀ ਇਜ਼ ਨੋ ਮੋਰ। ਅਤੇ ਉਹਨਾਂ ਨੇ ਕਿਹਾ ਅਫਸੋਸ ਜ਼ਾਹਿਰ ਕੀਤਾ। ਉਸ ਤੋਂ ਇਲਾਵਾ ਮੈਨੂੰ ਕਿਸੇ ਪਾਰਟੀ ਦਾ, ਨਾ ਕਿਸੇ ਜਥੇਬੰਦੀ ਦਾ, ਨਾ ਕਿਸੇ ਦਾ ਮੈਨੂੰ ਅਜੇ ਤੱਕ ਤਾਂ ਕੋਈ ਕੰਟੈਕਟ ਸਿਆਸੀ ਲੀਡਰ ਦਾ ਨਹੀਂ, ਕਿਸੇ ਸਿਆਸੀ ਲੀਡਰ ਦਾ ਮੈਨੂੰ ਕੋਈ ਅਫਸੋਸ ਨਹੀਂ ਆਇਆ। ਇੱਕ ਸੁਖਪਾਲ ਸਿੰਘ ਖਹਿਰਾ ਜੀ ਜਿਹੜੇ ਪੰਜਾਬ ਦੇ ਲੀਡਰਸ ਨੇ, ਉਹਨਾਂ ਦਾ ਫੋਨ ਆਇਆ ਜਿਨ੍ਹਾਂ ਨੇ ਮੈਨੂੰ ਅਫਸੋਸ ਜ਼ਾਹਿਰ ਕੀਤਾ, ਬਾਕੀ ਕਿਸੇ ਨੇ ਨਹੀਂ ਜ਼ਾਹਿਰ ਕੀਤਾ। ਕਿਸੇ ਦਾ ਵੀ ਨਹੀਂ? ਪੰਜਾਬ ਦੇ ਵਿੱਚੋਂ ਕਿਸੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦਾ, ਭਗਵੰਤ ਮਾਨ ਦਾ, ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦਾ, ਉਹਨਾਂ ਦੇ ਮਨੀਸ਼ ਸਿਸੋਦੀਆ, ਕਿਸੇ ਦਾ ਵੀ ਨਹੀਂ ਵੀਰ ਜੀ, ਦੇਖੋ ਕਿਸੇ ਦਾ ਨਹੀਂ ਆਇਆ। ਕਿਸੇ ਨੇ ਆਪਣੇ ਵੱਲੋਂ ਉੱਥੇ ਘਰ ਬੈਠੇ ਟਵੀਟ ਕਰਤਾ ਤੇ ਗੱਲ ਵੱਖਰੀ ਹੈਗੀ ਹੈ। ਇੰਨਾ ਤਾਂ ਮੈਂ ਵੀ ਜਾਣਦਾ, ਮੈਂ ਆਪਣੇ ਭਰਾ ਦੇ ਨਾਲ ਵਿਚਰਿਆ ਕਾਫੀ ਟਾਈਮ, ਕਿ ਭਾਵੇਂ ਉਹ ਕੌਮ ਪ੍ਰਸਤੀ ਹੋਵੇ, ਭਾਵੇਂ ਲੀਡਰ ਪ੍ਰਸਤੀ ਹੋਵੇ, ਉਹਦੀ ਜਿਹੜੀ ਸਿਆਸਤ ਸੀ ਉਹ ਦਰਵੇਸ਼ੀ ਦੀ ਤਰ੍ਹਾਂ ਸੀ, ਜੋ ਕਈਆਂ ਨੂੰ ਖਟਕਦੀ ਸੀ, ਅਤੇ ਉਹਦੀ ਜਿਹੜੀ ਖਟਕਣਾ ਹੈ ਉਹ ਉਹਨਾਂ ਨੂੰ ਠੱਲ ਪੈ ਗਈ ਹੈ, ਅਤੇ ਉਹ ਮੈਨੂੰ ਅਫਸੋਸ ਕਿਉਂ ਜ਼ਾਹਿਰ ਕਰਨਗੇ, ਕਿਉਂਕਿ ਅਸਫਲ ਰਹੇ ਉਸ ਦੇ ਵਿੱਚ ਉਹ। ਪਰ ਗੱਲ ਚੱਲੀ ਸੀਗੀ ਕਿ ਗੰਗਾ ਰਾਮ ਦੇ ਵਿੱਚ ਵੀ ਉਹਨਾਂ ਦਾ ਟ੍ਰੀਟਮੈਂਟ ਸ਼ਾਇਦ ਸ਼ੁਰੂ ਹੋ ਸਕਦਾ ਸੀਗਾ। ਪਰਮਜੀਤ ਸਿੰਘ ਰਾਣਾ ਮੈਨੂੰ ਜਿਹੜਾ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਵੀ ਮਿਲੇ ਸੀ, ਕਹਿੰਦੇ ਕਿ ਮੈਂ ਉਹਨਾਂ ਵਾਸਤੇ ਗੰਗਾ ਰਾਮ ਵੀ ਗਿਆ, ਉੱਥੇ ਗੱਲ ਨਹੀਂ ਸੀ ਬਣੀ ਦਿਖੀ। ਗੰਗਾ ਰਾਮ ਐਕਚੁਅਲੀ ਜਿਹੜੇ ਪਰਮਜੀਤ ਸਿੰਘ ਰਾਣਾ ਉਹ ਪਰਸਨਲੀ ਤੌਰ ਦੇ ਉੱਤੇ ਮੈਨੂੰ ਵੀ ਜਾਣਦੇ ਨੇ, ਅਤੇ ਵੀਰ ਜੀ ਦੇ ਨਾਲ ਵੀ ਹਮੇਸ਼ਾ ਚੌਕੀ ਦੇ ਅੰਦਰ, ਸ਼ਬਦ ਚੌਕੀ ਦੇ ਅੰਦਰ ਹਾਜ਼ਰੀਆਂ ਭਰਦੇ ਰਹੇ ਨੇ, ਅਤੇ ਉਹਦੇ ਨਾਲ ਉਹਨਾਂ ਦਾ ਪਰਸਨਲ ਟੱਚ ਵੀ ਹੈਗਾ ਸੀ। ਅਤੇ ਮੈਂ ਉਹਨਾਂ ਨੂੰ, ਵੀਰ ਜੀ ਨੂੰ ਕਿਹਾ ਕਿ ਵੀ ਤੁਹਾਡੇ ਘਰ ਦੇ ਲਾਗੇ ਤੁਸੀਂ ਉੱਥੇ ਦੇ ਕਾਉਂਸਲਰ ਹੋ, ਅਤੇ ਗੰਗਾ ਰਾਮ ਦੇ ਅੰਦਰ ਟਰਾਈ ਕਰੋ। ਤਾਂ ਉਹ ਅਗਲੇ ਦਿਨ ਕਹਿੰਦੇ ਸਵੇਰੇ ਤੂੰ ਆ ਜਾ। ਮੈਂ ਕਿਹਾ ਵੀਰ ਜੀ ਮੈਂ ਤਾਂ ਨਹੀਂ ਆ ਸਕਦਾ, ਮੈਂ ਕਿਸੇ ਸਿੰਘ ਨੂੰ ਨਾਲ ਭੇਜ ਦਿੰਦਾ, ਤੁਸੀਂ ਜਾ ਕੇ ਟਰਾਈ ਕਰ ਲਓ। ਉਹਨਾਂ ਨੇ ਟਰਾਈ ਕੀਤਾ ਉੱਥੇ। ਉਸ ਟਾਈਮ ਉਹਨਾਂ ਨੇ ਕਿਹਾ ਕਿ ਆਕਸੀਜਨ ਬੈੱਡ ਅਵੇਲੇਬਲ ਹੋ ਰਿਹਾ ਵੀਰ, ਜਿਹੜਾ ਉਹ ਵੀਰ ਆਪਣਾ ਬਾਈਪੈਪਸ 'ਤੇ ਹੈ, ਅਤੇ ਬਾਈਪੈਪਸ ਉਹਨਾਂ ਦਾ ਖਾਲੀ ਨਹੀਂ ਹੈਗਾ। ਅਤੇ ਮੈਂ ਇਸ ਚੀਜ਼ ਨੂੰ ਸੀ ਕਿ ਬਾਈਪੈਪਸ ਤੋਂ ਮਤਲਬ ਕਿ ਇੱਕ ਅੱਧੇ ਦਿਨ 'ਚ ਬੈਟਰਮੈਂਟ ਹੋ ਜਾਣ, ਅਤੇ ਮੈਂ ਗੰਗਾ ਰਾਮ ਸ਼ਿਫਟ ਕਰਦਾ। ਜਿਸ ਹਿਸਾਬ ਨਾਲ ਡਾਕਟਰਸ ਮੈਨੂੰ ਕਹਿ ਰਹੇ ਸੀ ਕਿ ਬਈ ਇਹ ਹੌਲੀ ਹੌਲੀ ਠੀਕ ਹੋਣ ਦੀ ਤਰਫ ਜਾ ਰਹੇ ਨੇ, ਲੇਕਿਨ ਸਭ ਕੁਛ ਅੱਖਾਂ ਦੇ ਉੱਤੇ ਮਿੱਟੀ ਪਾਉਣ ਵਾਲੀ ਗੱਲ ਸੀ। ਲੱਗਦਾ ਕਿ ਅੱਜ ਕੌਮ ਦੇ ਕੋਲ ਇੱਕ ਬੜੀ ਵੱਡੀ ਚੀਜ਼ ਹੋਣੀ ਚਾਹੀਦੀ ਸੀਗੀ। ਆਪਾਂ ਸਿਰਫ ਜਿਹੜਾ ਹੈਗਾ ਨਾ ਲੰਗਰ ਲਗਾਉਣ ਜਾਂ ਕੀਰਤਨ ਦਰਬਾਰਾਂ ਤੱਕ ਸੀਮਿਤ ਰਹਿ ਗਏ। ਹੌਸਪੀਟਲ ਦੇ ਵਿੱਚ, ਮੈਡੀਸਨ ਦੇ ਵਿੱਚ ਸਾਨੂੰ ਭੀਖ ਮੰਗਣੀ ਪਈ ਕਈ ਲੋਕਾਂ ਦੇ ਅੱਗੇ। ਹਰ ਤੁਹਾਡੇ ਨਾਲ ਨਹੀਂ, ਹਰ ਕਿਸੇ ਦੇ ਨਾਲ ਹੋ ਰਿਹਾ। ਇਹ ਤੇ ਜਰਨੈਲ ਸਿੰਘ ਇੱਕ ਵੱਡਾ ਚਿਹਰਾ ਸੀਗਾ ਤਾਂ ਇਹ ਗੱਲ ਸਾਹਮਣੇ ਆ ਗਈ ਹੈ, ਬਾਹਰ ਆ ਗਈ ਹੈ, ਟੀਵੀ 'ਤੇ ਅਸੀਂ ਗੱਲ ਕਰ ਰਹੇ ਹਾਂ, ਲੋਕਾਂ ਤੱਕ ਪਹੁੰਚ ਗਈ ਹੈ। ਪਰ ਆਮ ਬੰਦੇ ਦੀ ਵੀ ਇਹੀ ਕਹਾਣੀ ਹੈ ਕਿ ਮੰਗਣਾ ਪੈ ਰਿਹਾ ਹੈ। ਕੀ ਕੌਮ ਨੂੰ ਸੇਧ ਦੇਣਾ ਚਾਹੋਗੇ ਆਪਾਂ ਕਿ ਇਸ ਬਾਰੇ ਅਸੀਂ ਜ਼ਰੂਰ ਕੁਛ ਕਰੀਏ? ਦੇਖੋ ਜੀ, ਉਹ ਗੱਲ ਉਹੀ ਹੈ ਕਿ ਜੰਮਣ ਮਰਨਾ ਹੁਕਮ ਹੈ, ਹੁਕਮੇ ਆਵੇ ਜਾਵੇ। ਦੇਖੋ ਅਸੀਂ ਮੰਨ ਲਈਏ ਅਤੇ ਗੁਰਬਾਣੀ ਦੇ ਆਧਾਰ 'ਤੇ ਟੇਕ ਲੈਣੀ ਪੈਂਦੀ ਹੈ, ਅਤੇ ਜਿਹੜੀ ਹੋਣੀ ਸੀ ਉਹ ਤਾਂ ਹੋਈ ਹੈ, ਲੇਕਿਨ ਇਹ ਅਣਹੋਣੀ ਸੀ। ਇਹ ਹੋਣੀ ਵੀ ਨਹੀਂ ਸੀ, ਜਿੱਥੇ ਤੱਕ ਮੇਰਾ ਹਿਰਦਾ ਜਾਣਦਾ ਇਹ ਅਣਹੋਣੀ ਸੀ। ਲੇਕਿਨ ਸਾਡੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਚੀਜ਼ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਕਿ ਜਿਹੜਾ ਸਾਡਾ ਆਪਸ ਦਾ ਭਾਈਚਾਰਾ ਹੈਗਾ, ਅਸੀਂ ਸਰਬੱਤ ਦੇ ਭਲੇ ਦੀ ਆਸ ਤਾਂ ਕਰਦੇ ਹਾਂ, ਔਰ ਸਰਬੱਤ ਦਾ ਭਲਾ ਕਰਨ ਦੀ ਤਾਂਘ ਵੀ ਰੱਖਦੇ ਹਾਂ, ਔਰ ਕਰਦੇ ਵੀ ਹਾਂ। ਲੇਕਿਨ ਕਿਤੇ ਨਾ ਕਿਤੇ ਜਿਹੜੀ ਅਸੀਂ ਆਪਣੇ ਬੰਦਿਆਂ ਨੂੰ ਉਸ ਚੀਜ਼ ਦਾ ਲਾਹਾ ਨਹੀਂ ਦੇ ਪਾਉਂਦੇ
ਜਿਹਦੇ ਉਹ ਯੋਗ ਹੈਗੇ ਹਨ। ਸਾਨੂੰ ਇਹਦੇ ਲਈ ਬੜੇ ਉਪਰਾਲੇ ਕਰਨ ਦੀ ਲੋੜ ਹੈ ਤੇ ਕਰਨੇ ਵੀ ਚਾਹੀਦੇ ਨੇ। ਸਾਡੀਆਂ ਜਿਹੜੀਆਂ ਆਪ ਜਥੇਬੰਦੀਆਂ ਨੇ ਉਹ ਕਿਸੇ ਹੱਦ ਤੱਕ, ਭਾਵੇਂ ਗੁਰਦੁਆਰਾ ਇਲੈਕਸ਼ਨ ਹੋ ਜਾਣ, ਭਾਵੇਂ ਦੂਸਰੀ ਚੀਜ਼ਾਂ ਹੋ ਜਾਣ, ਕਿਤੇ ਨਾ ਕਿਤੇ ਇੱਕ ਓਛੀ ਰਾਜਨੀਤੀ ਦੀ ਭੇਟ ਚੜ ਜਾਂਦੀਆਂ, ਜਿਹਦੇ ਕਰਕੇ ਕੌਮ ਦੇ ਜਿਹੜੇ ਹੀਰੇ ਨੇ ਉਹ ਰੁਲਦੇ ਰਹਿੰਦੇ ਨੇ। ਜੀ ਸੰਗਤ ਜੀ, ਜਰਨੈਲ ਸਿੰਘ ਚਲਾ ਗਿਆ ਪਰ ਬਹੁਤ ਸਾਰੇ ਸਨੇਹੇ ਪਿੱਛੇ ਛੱਡ ਗਿਆ। ਬੜੀ ਸਾਰੀ ਜ਼ਿੰਮੇਵਾਰੀਆਂ ਕੌਮ ਦੇ ਮੋਢੇ ਟੰਗ ਗਏ ਆ ਕਿ ਕੌਮ ਨੂੰ ਮੈਡੀਸਨ ਸੇਵਾਵਾਂ ਬਾਰੇ, ਹਸਪੀਟਲਸ ਬਾਰੇ, ਮੈਡੀਕਲ ਲਾਈਨ ਦੇ ਵਿੱਚ ਵੀ ਲੰਗਰ ਲਗਾਉਣ ਦੀ ਬਹੁਤ ਵੱਡੀ ਪ੍ਰਾਪਤੀਆਂ ਕਰਨ ਦੀ ਲੋੜ ਹੈ। ਸੋ ਆਪਾਂ ਇਹਨੂੰ ਸੇਧ ਲੈ ਕੇ ਚੱਲੀਏ। ਭਾਈ ਕਰਨੈਲ ਸਿੰਘ ਜੀ ਜਿਹੜੇ ਉਹਨਾਂ ਦੇ ਬ੍ਰਦਰ ਨੇ, ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। ਹੋਰ ਮੈਂ ਇਹਨਾਂ ਦੇ ਬਾਰੇ ਦੱਸ ਵੀ ਦੇਣਾ ਚਾਹਾਂਗਾ ਕਿ ਪਹਿਲੀ ਵਾਰ ਭਾਵੇਂ ਸਕਰੀਨ ਤੇ ਜ਼ਰੂਰ ਆ ਰਹੇ ਆ, ਪਰ ਇਹਨਾਂ ਦੀ ਇੱਕ ਤਸਵੀਰ ਬੜੀ ਵਾਇਰਲ ਹੋਈ ਸੀਗੀ 26 ਜਨਵਰੀ ਤੇ, ਜਿਹੜਾ ਲਾਲ ਕਿਲੇ ਦਾ ਮਸਲਾ ਸੀਗਾ, ਜਦੋਂ ਲਾਠੀ ਚਾਰਜ ਹੁੰਦਾ, ਇੱਕ ਕਾਫੀ ਉੱਥੇ ਰੌਲਾ ਪੈਂਦਾ ਹੈਗਾ। ਸੋ ਇੱਕ ਪੁਲਿਸ ਵਾਲੇ ਦੀ ਜਾਨ ਬਚਾਉਣ ਦੇ ਵਿੱਚ ਭਾਈ ਸਾਹਿਬ ਦੀ ਇੱਕ ਤਸਵੀਰ ਹੈਗੀ, ਉਹ ਕਾਫੀ ਵਾਇਰਲ ਹੋਈ ਸੀ। ਮੈਂ ਚਾਹਾਂਗਾ ਭਾਈ ਸਾਹਿਬ ਜੇ ਤੁਸੀਂ ਦਿਖਾ ਸਕੋ ਤਾਂ ਸ਼ਾਇਦ ਤੁਹਾਨੂੰ ਉਹ ਤਸਵੀਰ ਦੇਖ ਕੇ ਯਾਦ ਆ ਜਾਏਗਾ ਕਿ ਇਸ ਸ਼ਖਸ ਨੂੰ ਅਸੀਂ ਪਹਿਲੇ ਕਦੀ ਦੇਖਿਆ। ਸੋ ਐਸੀ ਸ਼ਖਸੀਅਤ ਸੀਗੇ ਭਾਈ ਜਰਨੈਲ ਸਿੰਘ, ਤੇ ਉਹਨਾਂ ਦੇ ਬ੍ਰਦਰ ਵੀ ਉੱਦਾਂ ਦੇ ਹੀ ਸੀਗੇ। ਸੋ ਬੜਾ ਇੱਕ ਧੱਕਾ ਲੱਗਦਾ ਹੈਗਾ। ਕਹਿੰਦੇ ਕਿ ਮੈਂ ਇੰਨੀ ਜਾਣ ਪਛਾਣ ਮੇਰੀ ਨਹੀਂ ਸੀ ਜਿੰਨੀ ਜਰਨੈਲ ਸਿੰਘ ਜੀ ਦੀ ਸੀਗੀ, ਪਰ ਇੰਨੀ ਕੋਸ਼ਿਸ਼ਾਂ ਦੇ ਬਾਵਜੂਦ ਵੀ, ਇੰਨੇ ਟੈਲੀਫੋਨ ਕਰਨ ਦੇ ਬਾਵਜੂਦ ਵੀ ਕਿਤੋਂ ਮਦਦ ਨਹੀਂ ਮਿਲੀ। ਇਹ ਤਸਵੀਰ ਹੈ, ਇਹ ਤੁਸੀਂ ਦੇਖੀ ਹੋਏਗੀ ਕਿ ਜਦੋਂ ਇੱਕ ਪੁਲਿਸ ਵਾਲੇ ਨੂੰ ਜਿਹੜਾ ਹੈਗਾ ਬਚਾਉਂਦੇ ਨੇ, ਉਹ ਮੈਂ ਜ਼ਰੂਰ ਤੁਹਾਨੂੰ ਸਕਰੀਨ ਤੇ ਲਗਾ ਕੇ ਦਿਖਾਵਾਂਗਾ। ਸੋ ਉਹ ਵੀ ਇੱਕ ਮਤਲਬ ਕਿ ਇੱਕ ਹਮੇਸ਼ਾ ਤੋਂ ਇੱਕ ਦਿਆਲੂ ਭਾਵਨਾ ਦੇ ਨਾਲ ਉਹ ਰਹਿੰਦੇ ਸੀਗੇ। ਤੇ ਭਾਈ ਕਰਨੈਲ ਸਿੰਘ ਵੀ ਇਸ ਤਰੀਕੇ ਹੀ ਜਿਹੜਾ ਹੈਗਾ, ਤੁਸੀਂ ਦੇਖਿਆ ਕਿ ਇੱਕ ਪੁਲਿਸ ਵਾਲੇ ਨੂੰ ਬਚਾਉਣ ਦੇ ਵਿੱਚ ਉਹਨਾਂ ਵੱਲੋਂ ਇੱਕ ਤਸਵੀਰ ਕਾਫੀ ਵਾਇਰਲ ਹੋਈ ਸੀਗੀ। ਉਦੋਂ ਤੁਸੀਂ, ਹੁਣ ਤੁਹਾਨੂੰ ਸ਼ਾਇਦ ਚਿਹਰਾ ਜ਼ਰੂਰ ਯਾਦ ਆਇਆ ਹੋਏਗਾ। ਨਾਲ ਇੱਕ ਵੀਰ ਬੈਠੇ ਨੇ, ਸਾਥੀ ਨੇ ਭਾਈ ਜਰਨੈਲ ਸਿੰਘ ਹਰਾਂ ਦੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸੁਨੇਹਾ ਉਹਨਾਂ ਵੱਲੋਂ। ਵੀਰ ਜੀ ਨਾਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਵਲਜੀਤ ਸਿੰਘ ਹੈ ਔਰ ਜਰਨੈਲ ਵੀਰ ਜੀ ਨਾਲ ਸਭ ਤੋਂ ਪੁਰਾਣਾ ਦੋਸਤੀ ਦਾ ਰਿਸ਼ਤਾ ਜਿਹੜਾ ਹੈ ਉਹ ਮੇਰਾ ਹੈ। ਤਕਰੀਬਨ 28 ਸਾਲ 30 ਸਾਲ ਤੋਂ ਮੈਂ ਜਰਨੈਲ ਦੇ ਨਾਲ ਹਾਂ। 1986 ਤੋਂ ਲੈ ਕੇ ਹੁਣ ਤੱਕ ਦਾ ਕਈ ਸਫ਼ਰ ਆਏ, ਕਈ ਚੀਜ਼ਾਂ ਆਈਆਂ, ਪ੍ਰਭਾਤ ਫੇਰੀਆਂ ਹੋਈਆਂ, ਨਗਰ ਕੀਰਤਨ ਹੋਏ, ਸ਼ਬਦ ਚੌਕੀ ਹੋਇਆ। ਜਰਨੈਲ ਵੀਰ ਜੀ ਦਾ ਫੋਨ ਆ ਜਾਣਾ ਕਿ ਹੈਪੀ ਚੱਲ, ਇੰਨੇ ਵਜੇ ਚੱਲਣਾ ਹੈ, ਇੱਥੇ ਚੱਲਣਾ ਹੈ, ਇੱਥੇ ਚੱਲਣਾ ਹੈ। ਪਰ ਇੰਨੀ ਜ਼ਿਆਦਾ ਉਹਨਾਂ ਦੀ ਸੋਸ਼ਲ ਲਾਈਫ ਸੀਗੀ, ਇੰਨਾ ਜ਼ਿਆਦਾ ਉਹਨਾਂ ਦਾ ਤਜਰਬਾ ਸੀਗਾ, ਫਿਰ ਵੀ ਤੁਹਾਨੂੰ ਕਿਉਂ ਲੱਗਦਾ ਅਖੀਰ ਦੇ ਵਿੱਚ ਕਿਉਂ ਇਹ ਲਾਚਾਰੀ, ਕਿਉਂ ਇਹ ਬੇਬਸੀ ਕਿਉਂ ਆਈ ਕਿ ਆਪਣੇ ਆਪ ਨੂੰ ਵੀ ਬਚਾ ਨਾ ਸਕੇ? ਵੀਰ ਜੀ, ਇਹ ਤੇ ਜੋ ਸਿਸਟਮ ਸਾਡੇ ਇੱਥੇ ਚੱਲਦਾ ਪਿਆ ਨਾ, ਉਸ ਸਿਸਟਮ ਦਾ ਫੇਲੀਅਰ ਹੈਗਾ। ਸਭ ਤੋਂ ਵੱਡੀ ਗੱਲ ਹੈਗੀ ਸੋਚ ਦੀ। ਜਦ ਤੱਕ ਅਸੀਂ ਆਪਣੀ ਸੋਚ ਨੂੰ ਨਹੀਂ ਬਦਲਾਂਗੇ ਤਾਂ ਤੱਕ ਕੁਝ ਨਹੀਂ ਹੋ ਸਕਦਾ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ ਬਾਣੀ ਨੂੰ ਵਸਾਉਣਾ ਪਏਗਾ ਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਸਾਨੂੰ ਤੁਰਨਾ ਪਏਗਾ। ਸਭ ਤੋਂ ਪਹਿਲੇ ਅਸੀਂ ਆਪਣੇ ਪਰਿਵਾਰ ਨੂੰ ਦੇਖੀਏ, ਆਪਣੇ ਗੁਆਂਢ ਨੂੰ ਦੇਖੀਏ, ਆਪਣੇ ਆਸ-ਪਾਸ ਦੇਖੀਏ, ਸੰਗਤ ਨੂੰ ਦੇਖੀਏ ਕਿ ਉਹ ਕੋਈ ਰੁਲ ਤਾਂ ਨਹੀਂ ਰਿਹਾ, ਕਿਸੇ ਨੂੰ ਕੋਈ ਔਖ ਤਾਂ ਨਹੀਂ ਹੈਗੀ ਹੈ। ਆਪਾਂ ਉਹ ਸਾਰੀਆਂ ਚੀਜ਼ਾਂ ਛੱਡ ਕੇ ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਆਪਣਾ ਫਾਇਦਾ ਕਿੱਥੇ ਹੁੰਦਾ ਹੈ, ਸਾਨੂੰ ਕਿੱਥੇ ਕੀ ਮਿਲਦਾ ਪਿਆ, ਉਹ ਚੀਜ਼ ਹੈਗੀ ਹੈ। ਜਰਨੈਲ ਨਾਲ ਵੀ ਜਦੋਂ ਗੱਲ ਹੁੰਦੀ ਸੀ, ਬਿਮਾਰ ਹੋਣ ਤੋਂ ਪਹਿਲੇ ਹੀ, ਲਾਸਟ ਮੈਂ ਹਫ਼ਤਾ ਪਹਿਲੇ ਹੋ ਕੇ ਗਿਆ, ਐਸੀ ਘਰ ਵਿੱਚ ਸ਼ਬਦ ਪੜ੍ਹਦਾ ਪਿਆ ਸੀ ਬੱਚਿਆਂ ਨਾਲ, ਮੈਨੂੰ ਬਿਠਾਇਆ, ਬੋਲਿਆ ਸ਼ਬਦ ਲਗਾ, ਸ਼ਬਦ ਦੀ ਸੇਵਾ ਕੀਤੀ। ਅਤੇ ਆਪਾਂ ਉਹੀ ਗੱਲ ਕਰਦੇ ਸੀ ਕਿ ਯਾਰ ਛੱਡ ਪਰੇ, ਆਪਾਂ ਕੀ ਲੈਣਾ। ਉਹ ਕਹਿੰਦਾ, ਮੈਨੂੰ ਇੱਕੋ ਗੱਲ ਕਹਿੰਦਾ ਸੀ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ, ਨਾ ਮੈਂ ਕਦੀ ਕਿਸੇ ਚੀਜ਼ ਦੀ ਤਮੰਨਾ ਕੀਤੀ ਕਿ ਮੈਨੂੰ ਕੋਈ ਪੋਸਟ ਮਿਲ ਜਾਏ। ਜਿੱਦਾਂ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲੈਣੀ ਹੈ ਉਹ ਲੱਗੇ। ਉਹ ਅਣਖੀ ਸੀ, ਸਾਰੀ ਜ਼ਿੰਦਗੀ ਉਹ ਅਣਖ ਬਾਣੀ ਔਰ ਬਾਣੇ ਦੇ ਅੰਦਰ ਰਿਹਾ ਹੈ ਔਰ ਉਸੀ ਸਿਧਾਂਤਾਂ 'ਤੇ ਰਿਹਾ। ਉਹ ਹਮੇਸ਼ਾ ਉਹੀ ਚੀਜ਼ ਆਉਂਦਾ। ਉਸੀ ਚੀਜ਼ ਦਾ ਅਫਸੋਸ ਹੈ ਕਿ ਆਪਾਂ ਉਹ ਜੋ 12 ਤਰੀਕ ਵਾਲੇ ਦਿਨ ਜਦੋਂ ਅਸੀਂ ਹਸਪਤਾਲ ਪਹੁੰਚਿਆ, ਮੈਂ ਵੀ ਕਰਨੈਲ ਵੀਰ ਜੀ ਨਾਲ ਸੀ, ਹੋਰ ਵੀ ਸਿੰਘ ਸੀ, ਅਸੀਂ ਉੱਥੇ ਪਹੁੰਚਿਆ ਸੀ 8 ਘੰਟੇ, 1 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ। 9 ਵਜੇ ਅਸੀਂ ਵਾਪਸ ਆਇਆ। 8 ਘੰਟੇ ਅਸੀਂ
ਹਰ ਥਾਂ ਤੇ ਫੋਨ ਕੀਤਾ, ਹਰ ਜਗ੍ਹਾ ਤੇ ਫੋਨ ਕੀਤਾ, ਮਗਰ ਸਾਨੂੰ ਕਿੱਥੋਂ ਕੁਛ ਨਾ ਮਿਲਿਆ। ਬਸ ਐਸੀ ਚੀਜ਼ ਦਾ ਹੀ ਅਫਸੋਸ ਹੈਗਾ ਕਿ ਜੇ ਕਿੱਥੇ ਕਿਸੇ ਨੇ ਕੋਈ ਬਾਂਹ ਫੜੀ ਹੁੰਦੀ, ਦੇਖੋ ਕੋਸ਼ਿਸ਼ ਸਰ ਕਿਸੇ ਨਾਲ ਵੀ ਗੱਲ ਕਰਦੇ ਕਦੇ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਮਝਦਾ ਕਿ ਜੇ ਜਦੋਂ ਪਹਿਲਾ ਫੋਨ ਚਲਾ ਗਿਆ ਨਾ ਕਿਸੇ ਕੋਲ, ਤੇ ਜੇ ਉਸੇ ਟਾਈਮ ਹੀ ਸਾਰੇ ਦੇ ਸਾਰੇ ਦਿੱਲੀ ਦੇ ਜਿਤਨੀ ਵੀ ਜਥੇਬੰਦੀ ਹੈ, ਜੋ ਹੋਰ 50-100 ਬੰਦੇ ਉਸੇ ਟਾਈਮ ਉੱਤੇ ਹਸਪਤਾਲ ਪਹੁੰਚ ਜਾਂਦੇ, ਸ਼ਾਇਦ ਕੋਈ ਗੱਲ ਬਣ ਜਾਂਦੀ, ਸ਼ਾਇਦ ਸਾਡਾ ਵੀਰ ਬਚ ਜਾਂਦਾ। ਇਹ ਉਸ ਚੀਜ਼ ਦੀ ਗੱਲ ਹੈ, ਉਹ ਪ੍ਰੇਮ ਦੀ ਗੱਲ ਹੈ, ਉਹ ਪ੍ਰੇਮ ਦੀ ਖੇਡ ਹੈ, ਉਹ ਪ੍ਰੇਮ ਦੀ ਖੇਡ ਨੂੰ ਸਮਝਣਾ ਪਏਗਾ। ਜੀ ਬਿਲਕੁਲ ਸੰਗਤ ਜੀ, ਇੱਕ ਅਫਸੋਸ ਇਸ ਗੱਲ ਦਾ ਕਿ ਕਾਸ਼ ਕੁਝ ਹੋਰ ਕਰ ਸਕਦੇ, ਕਾਸ਼ ਕੁਝ ਹੋਰ ਕਰ ਸਕਦੇ, ਪਰ ਬੇਬਸੀ, ਕਿਉਂਕਿ ਆਪਣਾ ਜਿਹੜਾ ਹੈਗਾ ਕੁਝ ਰਿਸੋਰਸਿਸ ਉਸ ਹਿਸਾਬ ਨਾਲ ਨਹੀਂ ਹੈਗੇ। ਸੋ ਜ਼ਰੂਰ ਆਪਾਂ ਸੋਚੀਏ ਉਸ ਬਾਰੇ। ਸਾਰੀ ਅਪਡੇਟ ਦੇ ਨਾਲ ਤੁਹਾਨੂੰ ਅਸੀਂ ਜੋੜਦੇ ਰਵਾਂਗੇ। ਭਾਈ ਜਰਨੈਲ ਸਿੰਘ ਦੇ ਘਰ ਇਸ ਟਾਈਮ ਮੌਜੂਦ ਹੈਗੇ ਆ, ਉਹਨਾਂ ਦੇ ਬ੍ਰਦਰ ਔਰ ਉਹਨਾਂ ਦੇ ਸਾਥੀ ਮੇਰੇ ਨਾਲ ਨੇ। ਸ਼੍ਰੀ ਸਹਿਜ ਪਾਠ ਸਾਹਿਬ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜਿਹੜੇ ਹੈਗੇ ਉਹ ਚੱਲਦੇ ਪਏ ਨੇ, ਔਰ ਬੱਚਿਆਂ ਵੱਲੋਂ, ਪਰਿਵਾਰ ਵੱਲੋਂ, ਸਾਰੇ ਜੀਆਂ ਵੱਲੋਂ ਕੀਤੇ ਜਾ ਰਹੇ ਨੇ। ਬੜੀ ਨਿੱਘੀ ਸ਼ਰਧਾਂਜਲੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ, ਬੱਚੇ ਕੀਰਤਨ ਕਰਦੇ ਹੋਏ, ਸਾਰੇ ਮਿੱਤਰ ਕੀਰਤਨ ਕਰਦੇ ਹੋਏ ਉਹਨਾਂ ਨੂੰ ਦਿੰਦੇ ਨੇ। ਤੁਹਾਨੂੰ ਉਸ ਦੇ ਨਾਲ ਵੀ ਅਸੀਂ ਜੋੜਿਆ ਸੀਗਾ। ਹਰ ਅਪਡੇਟ ਦੇ ਨਾਲ ਅਸੀਂ ਤੁਹਾਨੂੰ ਜੋੜਦੇ ਰਵਾਂਗੇ। ਧੰਨਵਾਦ ਕਰਦੇ ਹਾਂ ਆਪ ਸਾਰੀ ਸੰਗਤ ਦਾ, ਜੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਫੀਡਬੈਕ ਜ਼ਰੂਰ ਦਿਓ ਔਰ ਜ਼ਰੂਰ ਇਸ ਬਾਰੇ ਸੋਚਿਓ। ਭਾਈ ਕਰਨੈਲ ਸਿੰਘ ਜੀ ਦੇ ਨਾਲ ਸੀਗੇ ਅਸੀਂ, ਔਰ ਜਿਹੜੇ ਬ੍ਰਦਰ ਨੇ ਭਾਈ ਜਰਨੈਲ ਸਿੰਘ ਹਰਾਂ ਦੇ, ਉਹਨਾਂ ਦੇ ਘਰ 'ਚ ਵੀਰ ਕਵਲਜੀਤ ਸਿੰਘ ਹਰਾਂ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਦੇਖਦੇ ਰਹੋ ਜੀ ਅਕਾਲ ਚੈਨਲ। ਬੋਲੇ ਸੋਨੇਹਾ।